भगत सिंह कला मंच झड़िक मोगा की पेशकश डॉक्टर साहब सिंह की साहब रचना परमवीर चक्कर परमवीर चक्कर। बन गई था पागला सच एक तो हजूरे दे बापू नु रेडियो सुनदा चल बहुत काम बाहरले पासे करते होंगे ते बाल होश नहीं करते चढ़ दिंदे हेलो बीजी चाह तक कदों भी क्या थी लियाती है एक गिलास च होर पा दे तेरे बापू नु भी पूछ ला मैं क्या हजूरे दे बापू काम मुक्या के नहीं आके चाह पी लो ओ सिमरपुरे काम नहीं मुकदा आ जिंद मुक जांदी आ ओ मैं हुण इधर आके पीना ले तीन वारी बच्चे ने रस्सा तड़ाया मैं क्या नवा लेके पा दो पर नहीं उसे नु गंढा दई जाणगे ओ मैं क्या सिमरपुरे नांगल मारता कोई हुण नहीं खोलदा लियाती है घुट चाह दे फले खेत जाके मोटर चलाउणी आ एक तां सौरी दे घड़ी के पिछों बिजली कट दिंदे आ लियाती है लिया ना लिया रेडियो की आवाज आ जमे भुंजे लाई पई आ भाई बंदा खबरां किवें सुनू ना खबर आप सुनना के गवांढीਆਂ ਨੂੰ ਸੁਣਾਉਣੀਆਂ ओ तू चुप कर ਸਕੂਲੀ ਬੱਚਿਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹੁਣੇ ਮਿਲੀ ਖਬਰ ਅਨੁਸਾਰ ਹਿੰਦੁਸਤਾਨ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਕੱਲ ਸ਼ਾਮ 4 ਵਜੇ ਤੋਂ ਜੰਗਬੰਦੀ ਲਾਗੂ ਕਰਨੀ ਮੰਨ ਲਈ ਹੈ। ਪ੍ਰਧਾਨ ਮੰਤਰੀ ਨੇ ਕੌਮ ਦੇ ਨਾਲ ਸੰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਸਰਹੱਦ ਤੇ ਸ਼ਾਂਤੀ ਬਹਾਲ ਕਰਨ ਲਈ ਭਰਪੂਰ ਯਤਨ ਜਾਰੀ ਰਹਿਣਗੇ, ਯਾਨੀ ਕਿ ਜੰਗ ਬੰਦ ਹੋਵੇਗੀ, ਭਰਪੂਰ ਯਤਨ ਜਾਰੀ ਰਹਿਣਗੇ। हाय शाबाश ओ जंग मुक गई सिमर करे ओ जंग मुक गई अपना हजूरा होना समझ ਰੱਬਾ ਤੇਰਾ ਲੱਖ ਲੱਖ ਸ਼ੁਕਰ ਹੈ ਮੇਰਾ ਹਜੂਰਾ ਪੁੱਤ ਛੁੱਟ ਜਾਊਗਾ ਤੇ ਮੈਂ ਉਹਦੇ ਸਾਰੇ ਚਾਹ ਪੂਰੇ ਕਰ ਰਿਹਾ। ਤੁਸੀਂ ਉਹ ਕਰੋ ਚਾਹ ਪੀ ਕੇ ਨਾ ਫਟਾਫਟ ਗੁਰਦੁਆਰੇ ਵਾਲੇ ਭਾਈ ਜੀ ਵੱਲ ਹੋਇਓ ਐਤਕੀ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਤੇ ਸਾਰੀ ਰਿਸ਼ਤੇਦਾਰੀ ਸੱਦਣੀ ਆ। लिया फड़ती है चाह का गिलास आ तेरी मां भी ना कमली है भाई भला हुण चाह किने पीनी है। पिछली बारी मेरे हजूरे पुत ने आपदे आड़ी दे हथी 2 रम दी बोतलां भेजियां सी और मैं साफ के रखिया आ तूड़ी वाले बरांडे अंदर अज तो फौजी हजूरा सिंह का बाप रम को रेड करेगा। ਲੈ ਦੱਸ ਕੀ ਨਿਆਣੇ ਵਾਲੀਆਂ ਗੱਲਾਂ ਕਰੀ ਜਾਂਦੇ ਆ ਨਾ ਨੋ ਵਿਚਾਰੀ ਸੋਚਦੀ ਹੋਊ ਮੇਰਾ ਸਾਰਾ ਕਮਲਾ ਹੋ ਗਿਆ। ਉਹ ਨੂੰ ਹੋਊਗੀ ਤੇਰੀ ਮੇਰੀ ਤਾਂ ਧੀ ਹੈ ਮਿੰਦੋ ਕਿਉਂ ਧੀਏ हाँ जी बापू जी तुसी मनाओ अपनी खुशी मैं कुछ नहीं कहती ਹਾਈ ਸ਼ਾਬਾਸ਼ ਬਈ ਆ ਕੀਤੀ ਨਾ ਗੁਰੂ ਦੇ ਸਿੰਘਾਂ ਵਾਲੀ ਗੱਲ। ਨਾ ਇਹ ਤੇ ਗੁਰੂ ਦੇ ਸਿੰਘਾਂ ਦੀ ਭਾਂ ਦੀ ਗੱਲ ਕਿਹੜੀ ਆ ਗਈ ਉਹ ਸਿਮਰਪੁਰੇ ਆਪਣੇ ਗੁਰੂਆਂ ਨੇ ਚੰਗਾ ਖਾਣ ਪੀਣ ਤੋਂ ਨਹੀਂ ਵਰਜਿਆ ਬਈ। ਨਾ ਜੇ ਤੁਸੀਂ ਪੀਣ ਲੱਗ ਪਏ ਤੇ ਭਾਈ ਜੀ ਵੱਲ ਕੌਣ ਜਾਊ ਭਾਈ ਜੀ ਵਾ ਜੋ ਤੇਰਾ ਖਸਮ ਸਰਦਾਰ ਮੇਵਾ ਸਿੰਘ ਪੀਤੀ ਹਲੇ ਹੈ ਨਹੀਂ ਚਲ ਪਹਿਲਾਂ ਹੀ ਗਈ ਨਾ ਕੋੜਾ ਮੂੰਹ ਕਰਕੇ ਜਾਓਗੇ ਭਾਈ ਜੀ ਵੱਲ ਨਾ ਦਾਰੂ ਮੇਰੇ ਮੂੰਹ ਚੋਂ ਉੱਡ ਕੇ ਆ ਭਾਈ ਜੀ ਦੇ ਸੰਗ ਜਾਵੜੂ ਭਲਾ। ਉਹ ਨਾਲੇ ਜੇ ਆਪਣੀ ਪੀਤੀ ਦਾ ਪਤਾ ਹੀ ਲੱਗ ਗਿਆ ਤਾਂ ਆਪਣੀ ਕਲਾਕਾਰੀ ਕਾਦੀ ਨਾ ਪਤਾ ਕਿਵੇਂ ਨਾ ਲੱਗੂ ਨਾ ਬੋਣਾ ਉਹ ਭਾਈ ਜੀ ਨੂੰ ਤੁਹਾਡੇ ਮੂੰਹ ਚੋਂ ਲੈ ਬਈ ਸਿਮਰਪੁਰੇ ਤੂੰ ਬਣ ਗੁਰਦੁਆਰੇ ਦਾ ਭਾਈ ਤੇ ਲੈ ਮੈਂ ਆ ਗਿਆ ਦਾਰੂ ਪੀ ਕੇ ਜਰਾ ਇੱਧਰ ਨੂੰ ਹੋ ਕੇ ਬਹਿ ਜਾ ਇੱਥੇ। ਉਹ ਭਾਈ ਜੀ ਸਤਿ ਸ੍ਰੀ ਅਕਾਲ। ਉਹ ਸਤਿ ਸ੍ਰੀ ਅਕਾਲ ਗੁਰਮੁਖਾ ਸੁਣਾ ਕੀ ਹਾਲ ਚਾਲ ਆ ਉਹ ਚਾਲ ਤਾਂ ਜੀ ਜਮਾ ਹਾਸਲ ਕੀ ਹੈ ਭਾਈ ਜੀ। ਭਾਈ ਜੀ ਆਪਾਂ ਨਾ ਜੀ 15 ਕੁ ਦਿਨਾਂ ਨੂੰ ਘਰੇ ਸੁਖਮਨੀ ਸਾਹਿਬ ਦਾ ਪਾਠ ਕਰਾਣਾ ਜੀ। ਕਿਹੜੀ ਤਰੀਕ ਸੈੱਟ ਕਰਦੀ ਹੈ ਜੀ ਆ ਐਤਵਾਰ ਛੱਡ ਕੇ ਅਗਲਾ ਐਤਵਾਰ ਰੱਖ ਲਓ ਹਾਈ ਸ਼ਾਬਾਸ਼ ਭਾਈ ਐਤਵਾਰ ਠੀਕ ਰਹੂ ਔਰ ਨਾਲੇ ਸਾਰੇ ਪਾੜੇ ਵੀ ਘਰ ਹੀ ਹੁੰਦੇ ਆ ਜੀ। ਕਰ ਦੋ ਜੀ ਪੱਕੀ ਕਰ ਦੋ ਜੀ। ਹੋ ਗਈ ਨਾ ਗੁਰਮੁਖਾ ਇੱਧਰ ਕੀ ਦੇਖੀ ਜਾਣਾ ਗੁੰਬਦ ਗੁਰਦੁਆਰੇ ਦਾ ਗੁੰਬਦ ਬੜਾ ਆਲਾ ਬਣਿਆ ਆ ਲਸ਼ਕ ਪਿਆ ਕਰਦਾ ਮੇਰੇ ਕਿਸੇ ਵੀਰ ਭਰਾ ਨੇ ਬੜੀ ਰੀਝ ਨਾਲ ਬਣਾਇਆ ਮੇਰੀ ਕਦੇ ਨਿਗਾਹ ਹੀ ਨਹੀਂ ਗਈ। ਚੰਗਾ ਜੀ ਮੈਂ ਜਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂ। ਸਤਿ ਸ੍ਰੀ ਅਕਾਲ ਗੁਰਮੁਖਾ ਸਤਿ ਸ੍ਰੀ ਅਕਾਲ ਓਏ ਚੰਗਾ ਮੈਂ ਜਰਾ ਦਰਸ਼ਨ ਕਰਾਵਾਂ। बीजी आज तो बापू जी दियां
ਨਿਆਣਿਆਂ ਵਰਗੀਆਂ ਹਰਕਤਾਂ ਦੇਖ ਕੇ ਮੈਨੂੰ ਤਾਂ ਹਾਸਾ ਜਿਹਾ ਆਈ ਜਾਂਦਾ। ਧੀਏ ਬੰਦੇ ਦਾ ਮਾਣ ਹੀ ਹੈ ਜਿਹੜਾ ਸਭ ਕੁਝ ਕਰਾਉਂਦਾ ਹੈ। ਜੇ ਮਨ ਖੁਸ਼ ਹੈ ਤੇ ਧਨ ਨੱਚਣ ਲੱਗ ਪੈਂਦਾ, ਜੇ ਮਨ ਢਿੰਡੀਆਂ ਕਲਾ ਹਾਂ ਬੀਜੀ, ਅੱਜ ਤਾਂ ਮਨ ਚੜ੍ਹਦੀ ਕਲਾ ਦਾ। ਤੁਸੀਂ ਮੈਨੂੰ ਇਹ ਦੱਸੋ, ਕੜਾਹ ਰਿੰਨਾ ਕਿ ਚੌਲ ਧਰਾਂ? ਤੂੰ ਧੀਏ ਕੜਾਹ ਬਣਾ ਲਾ। ਮੇਰੇ ਹਜੂਰੇ ਪੁੱਤ ਨੂੰ ਕੜਾਹ ਬਹੁਤ ਪਸੰਦ ਸੀ, ਤੇ ਨਾਲੇ ਮੇਰੇ ਨਾਲੇ ਉਹਦੇ ਬਾਪੂ ਨੂੰ। ਤੂੰ ਆ ਕਰ, ਤੂੰ ਕੜਾਹ ਬਣਾ ਤੇ ਮੈਂ ਪਿੰਡ 'ਚ ਗੇੜਾ ਮਾਰਿਆ। ਆਹੋ ਬੀਜੀ, ਨਾਲੇ ਮੁੰਡੇ ਦੀ ਖਬਰ ਲੈ ਆਓ। ਲੈ ਹੈ ਮੇਰੀ ਝੱਲੀ ਦੀ ਨਾ ਖਬਰ ਤਾਂ ਫੇਰ ਵੀ ਲਿਆ ਹੋ ਜੂ। ਮੈਂ ਤਾਂ ਗਲੀ 'ਚ ਲੰਘਦੇ ਟੱਪਦੇ ਨੂੰ ਇਹੀ ਖਬਰ ਦਊਂਗੀ, ਰੇੜੂਆ ਬੋਲਿਆ ਸੀ ਮੇਰਾ ਪੁੱਤ ਹਜੂਰਾ ਘਰੇ ਆ ਰਿਹਾ। ਜੰਗ ਮੁੱਕ ਗਈ ਨੀ ਭੈਣਾ, ਜੰਗ ਮੁੱਕ ਗਈ, ਜੰਗ ਮੁੱਕ ਗਈ ਨੀ ਭੈਣਾ, ਜੰਗ ਮੁੱਕ ਗਈ। ਫੌਜੀਆਂ ਦਾ ਤਾਂ ਵੇਲੇ ਕਿ ਵੇਲੇ ਆਉਣਾ ਹੁੰਦਾ ਏ। ਪਰ ਇਸ ਤਰ੍ਹਾਂ ਚੋਰਾ ਵਾਂਗ ਚੋਰਨੀ ਨੂੰ ਫੜਨ ਲਈ ਤਾਂ ਵਰਤਣਾ ਹੀ ਪੈਂਦਾ ਏ। ਮਿੰਦੂ, ਆ ਲੈ ਗੁਲਾਬੀ ਰੰਗ ਦਾ ਸੂਟ, ਤੈਨੂੰ ਪਸੰਦ ਆ ਨਾ? ਮੈਂ ਤਾਂ ਹਰਾ ਲੈ ਕੇ ਆਉਣ ਲਈ ਕਿਹਾ ਸੀ, ਗੁਲਾਬੀ ਤਾਂ ਪਹਿਲਾਂ ਹੀ ਦੋਣੇ। ਉਹ ਦੇਖ ਮਿੰਦੂ, ਹਰਾ ਰੰਗ ਦੇਖ ਕੇ ਫੌਜੀ ਜਾਂ ਤਾਂ ਸਲੂਟ ਮਾਰੂ ਤੇ ਜਾਂ ਫਿਰ ਗੋਲੀ। ਅੱਛਾ ਜੀ, ਤਾਂ ਹੀ ਤਾਂ ਮੈਂ ਹਰਾ ਰੰਗ ਪਾਉਣਾ। ਮੈਂ ਵੀ ਤਾਂ ਦੇਖਾਂ ਮੇਰਾ ਫੌਜੀ ਮੈਨੂੰ ਕਿਵੇਂ ਸਲੂਟ ਮਾਰਦਾ ਏ। ਤੇ ਜੇ ਗਲਤੀ ਨਾਲ ਗੋਲੀ ਮਾਰਤੀ ਫੇਰ ਕੀ ਆ, ਜੰਦ ਯਾਰ ਦੀ ਬੁੱਕਲ ਵਿੱਚ ਨਿਕਲੇ ਸਰਗਾਂ ਨੂੰ ਚਾੜ ਹਟੀਏ। ਅੱਛਾ ਜੀ, ਬੜੇ ਗਾਉਣ ਬਣਾਉਣੀ ਏ। ਜੇ ਗਾਉਣਾ ਤਾਂ ਫਿਰ ਨੱਚਣਾ ਪਊ। ਅੱਛਾ ਜੀ, ਤਾਂ ਇਹ ਝਾਂਜਰਾਂ ਮੇਰੇ ਨੱਚਣ ਲਈ ਲੈ ਕੇ ਆਏ ਹੋ? ਤੇ ਹੋਰ ਝਾਂਜਰਾਂ ਤੇਰੇ ਨੱਚਣ ਲਈ ਲੈ ਕੇ ਆਇਆ, ਜਾਨੀ ਝਾਂਜਰਾਂ ਤੇਰੇ ਪੈਰਾਂ ਵਿੱਚ ਛਣਕਣਗੀਆਂ, ਸਾਰਾ ਹੀ ਥਕੇਵਾ ਲੈ ਜੂ। ਅੱਛਾ, ਤੇ ਨਹੀਂ ਹੋਰ ਤੇਰੀ ਵਿਹੜੇ ਵਿੱਚ ਪਰੇਡ ਕਰਾਇਆ ਕਰੂ, ਲੈਫਟ ਰਾਈਟ ਲੈਫਟ ਰਾਈਟ। ਚਲੋ ਬਾਕੀ ਦੀਆਂ ਗੱਲਾਂ ਸਵੇਰੇ ਕਰਦੇ ਆ। ਹੁਣ ਬੇਬੇ ਬਾਪੂ ਜਾਣ ਜਾਣਗੇ, ਮੈਂ ਚੱਲੀ। ਓਏ ਮਿੰਦੀਏ, ਗੱਲ ਤਾਂ ਸੁਣ। ਉਹ ਤੇਰੇ ਲਈ ਲੈ ਕੇ ਆ ਲਾਲ ਪੀਲੀਆਂ ਨੀਲੀਆਂ ਵੰਗਾਂ। ਉਹ ਗੱਲ ਤਾਂ ਸੁਣ, ਤੇਰੇ ਲਈ ਲੈ ਕੇ ਆ ਲਾਲ ਪੀਲੀਆਂ ਨੀਲੀਆਂ ਵੰਗਾਂ। ਉਹ ਗੱਲ ਤਾਂ ਸੁਣ, ਤੇਰੇ ਲਈ ਲੈ ਕੇ ਆ ਲਾਲ ਪੀਲੀਆਂ ਨੀਲੀਆਂ ਵੰਗਾਂ। ਖਾਲਾ ਮੇਰਾ ਪੁੱਤ, ਖਾਲਾ ਹੋਰ ਪੁੱਤ ਤੱਤਾ ਤੱਤਾ ਕੜਾ ਉਹ ਸਿਮਰ ਕੁਰੇ, ਲੈ ਦੱਸ, ਐਡੀ ਸੋਹਣੀ ਨੀਂਦ ਆਉਂਦੀ ਸੀ, ਕੀ ਲੋੜ ਪੈ ਗਈ ਸੀ ਬਾਜਾ ਮਾਰਦੀ? ਓਏ ਆਵਾਜ਼ ਨਾ ਮਾਰਦਾ ਤਾਂ ਤੂੰ ਸਾਰਾ ਕੜਾ ਹਜੂਰੇ ਨੂੰ ਖਵਾ ਦੇਣਾ ਸੀ। ਆ ਗਰੀਬ ਤਾਂ ਰਗੜਿਆ ਜਾਣਾ ਸੀ। ਮੇਰਾ ਹਜੂਰਾ ਪੁੱਤ ਮੇਰੇ ਸੁਪਨੇ 'ਚ ਆਇਆ ਸੀ, ਉਹਨੇ ਬਹੁਤ ਗੱਲਾਂ ਕੀਤੀਆਂ ਮੇਰੇ ਨਾਲ। ਕਹਿੰਦਾ ਬੇਬੇ ਹੁਣ ਤੈਨੂੰ ਟੁੱਟ ਟੁੱਟ ਕੇ ਮਰਦੀ ਕੋਈ ਲੋੜ ਨਹੀਂ, ਤੇਰੇ ਸਨੋਕਰ ਪੁੱਤ ਨੇ ਘਰ ਭਰ ਦੇਣਾ ਪੈਸੇ ਨਾਲ। ਕਹਿੰਦਾ ਸੀ ਵੱਡਾ ਸਾਹਿਬ ਮੇਰੇ ਤੋਂ ਬਹੁਤ ਖੁਸ਼ ਹੈ। ਕਹਿੰਦਾ ਸੀ ਜਦੋਂ ਵੀ ਵੱਡੇ ਸਾਹਿਬ ਮੰਤਰੀ ਆਉਂਦੇ ਆ ਨਾ ਤੇ ਮੇਰੀ ਪਿੱਠ ਥਾਪੜ ਕੇ ਕਹਿੰਦੇ ਆ ਤੁਮ ਜੈਸਾ ਜਵਾਨ ਲੱਖੋਂ ਹੋਏਗਾ। ਨਾਲੇ ਕਹਿੰਦਾ ਸੀ ਜਿਵੇਂ ਲੰਬੜਾਂ ਦਾ ਮੁੰਡਾ ਨਹੀਂ ਤਹਿਸੀਲਦਾਰ ਲੱਗਿਆ, ਉਹਨੇ ਘਰ ਦੀ ਕਾਇਆ ਕਲਪ ਕਰਤੀ, ਐਵੇਂ ਮੇਰੇ ਹਜੂਰੇ ਪੁੱਤ ਨੇ ਘਰ ਦੀ ਕਾਇਆ ਕਲਪ ਕਰ ਦੇਣੀ ਆ। ਕਹਿੰਦਾ ਸੀ ਵੱਡਾ ਮੰਤਰੀ, ਕਹਿੰਦਾ ਸੀ ਸਾਰਾ ਦੇਸ਼ ਤੁਹਾਡੇ ਨਾਲ ਆ, ਤੇ ਇਹਦੇ ਛੱਕੇ ਛੜਾ ਦੋ, ਸਾਰਾ ਦੇਸ਼ ਤੁਹਾਡੇ ਨਾਲ ਆ। ਮੇਰਾ ਹਜੂਰਾ ਪੁੱਤ ਕਹਿੰਦਾ ਸੀ ਆਪਣੇ ਹਜੂਰੇ ਪੁੱਤ ਦੇ ਨਾਲ ਆ। ਓਏ ਸੌਂ ਜਾ ਸਿਮਰ ਕੁਰੇ, ਸੌਂ ਜਾ ਸੌਂ ਜਾ। ਜਾਣੀ ਪੁੱਤ ਦੇ ਆਉਣ ਦਾ ਚਾਜ ਚ ਹਜੂਰੇ ਦੇ ਬੱਪੂ ਨੀਂਦ ਜੀ ਨਹੀਂ ਆਉਂਦੀ। ਮੈਂ ਤਾਂ ਕੰਧਾਂ ਨਾਲ ਵੀ ਗੱਲਾਂ ਕਰਦੀ ਰਹੀ। ਹਾਲ ਤਾਂ ਸਿਮਰ ਕੁਰੇ ਮੇਰਾ ਵੀ ਕੁਝ ਆਹੀ ਆ।
ਕੱਲ ਮੈਨੂੰ ਸਰਪੰਚ ਕਹਿੰਦਾ ਵੀ ਦੇਖੀ ਮੇਵਾ ਸਿਆ ਕਿਤੇ ਪਾਗਲ ਨਾ ਹੋ ਜੀ। ਨਾ ਐਂ ਕਿਉਂ ਕਹਿੰਦਾ ਸੀ? ਉਹ ਮੈਂ ਕਿਤੇ ਆ ਸ਼ਾਮੀ ਪੱਠੇ ਦੱਥੇ ਦਾ ਕਰਨ ਡਿਆ ਸੀ ਤੇ ਕਿਤੇ ਆਹ ਮੱਝਾਂ ਨਾਲ ਗੱਲਾਂ ਕਰਨ ਲੱਗ ਪਿਆ। ਨਾ ਮੱਝਾਂ ਨਾਲ ਕੀ ਗੱਲਾਂ ਕਰਦੇ ਸੀ? ਓਏ ਉਹੀ ਜੋ ਤੂੰ ਕੰਧਾਂ ਨਾਲ ਕਰਦੀ ਐ। ਨਾ ਫੇਰ ਵੀ ਬਈ ਮੈਂ ਆਪਣੀ ਪੂਰੀ ਮੱਝ ਕੇ ਪੱਠਿਆਂ ਦਾ ਟੋਕਰਾ ਸੁੱਟਿਆ ਤੇ ਮੈਂ ਉਹਨੂੰ ਥਾਪੀ ਜੀ ਦੇ ਕੇ ਆਖਿਆ ਬਈ ਜਿਉਣ ਜੋਗਿਓ ਆਇਆ ਖੜਾ ਤੁਹਾਡੀਆਂ ਧਾਰਾਂ ਚੰਗਣ ਵਾਲਾ ਬਈ ਆਪੇ ਟੋਕੇ ਮੁਰੋ ਪੱਠੇ ਕੁਦਰ ਕੇ ਖੋਲੀਆਂ 'ਚ ਲੱਦਿਆ ਕਰੂ ਤੇ ਆਪੇ ਕਿਸੇ ਕਰੜੂ ਵਛੜੂ ਵਾਂਗ ਬਹਿ ਕੇ ਧਾਰਾਂ ਚੰਗਣ ਲੱਗ ਜਾ ਕਰੂ। ਬਈ ਮੱਝ ਨਾ ਜਿਵੇਂ ਮੇਰੀਆਂ ਗੱਲਾਂ ਦਾ ਹੰਗਾਰਾ ਭਰਦੀ ਰਹੀ ਤੇ ਕਾਲੀ ਕਾਲੀ ਪੱਠੇ ਖਾਂਦੀ ਰਹੀ। ਆਹੋ ਵੇਖਾ ਕਿਵੇਂ ਨਿੱਕਾ ਹੁੰਦਾ, ਮੱਝਾਂ ਦੀਆਂ ਧਾਰਾਂ ਚੁੰਗਦਾ ਹੁੰਦਾ ਸੀ। ਅੱਛਾ ਹੌਲੀ ਬੋਲ, ਆ ਨੂੰ ਸੁਣੂਗੀ ਤਾਂ ਕਹੂਗੀ ਬੁੱਢਾ ਬੁੱਢੀ ਕਮਲੇ ਹੋ ਗਏ। ਕੋਈ ਨਾ ਬਾਪੂ ਜੀ, ਮੈਂ ਵੀ ਨਿੱਕੀ ਹੁੰਦੀ ਬਥੇਰਾ ਮੱਝਾਂ ਦੀਆਂ ਧਾਰਾਂ ਕੱਢਦੀ ਸੀ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਅੰਮ੍ਰਿਤ ਵੇਲਾ ਹੋ ਗਿਆ, ਉੱਠੋ ਭਾਈ, ਇਸ਼ਨਾਨ ਪਾਣੀ ਕਰੋ ਤੇ ਗੁਰੂ ਸਾਹਿਬ ਦੇ ਦਰਸ਼ਨ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੰਗਾ ਮੈਂ ਖੇਤ ਜਾ ਕੇ ਆਉਣਾ। ਜਾਂ ਤਾਂ ਪੁੱਤ ਪੀ ਜਾਂਦੇ। ਸਤਿ ਸ਼੍ਰੀ ਅਕਾਲ ਯੁਵਰਾਜ ਸਿੰਘ ਜੀ। ਸਤਿ ਸ੍ਰੀ ਅਕਾਲ ਬਈ ਜਵਾਨੋ, ਹੋ ਰਾਜੀ ਬਾਜੀ ਆ। ਉਹ ਮਿੰਦੋ ਧੀਏ ਚਾਹ ਬਣਾ ਵੀ ਨੌਜਵਾਨਾਂ ਲਈ। ਆ ਸੂਰਮੇ ਫਰੰਟ ਤੋਂ ਮਾਰਾ ਮਾਰ ਕੇ ਆਏ ਨੇ। ਉਹ ਕਿਵੇਂ ਮੇਰਾ ਹਜੂਰਾ ਪੁੱਤ ਚੜ੍ਹਦੀ ਕਲਾ ਚ ਨਾ। ਬਾਪੂ ਜੀ ਅਸੀਂ ਕੁਝ ਨਹੀਂ ਛਕਣਾ, ਕਮਾਂਡਰ ਸਾਹਿਬ ਦਾ ਹੁਕਮ ਹੋਇਆ, ਅਸੀਂ ਜਲਦੀ ਤੁਹਾਨੂੰ ਆਪਣੇ ਨਾਲ ਲੈ ਕੇ ਜਾਣਾ। ਸਾਨੂੰ ਨਾਲ ਲੈ ਕੇ ਜਾਣਾ? ਮੈਂ ਸਮਝਿਆ ਨਹੀਂ। ਆਪਣੇ ਪੁੱਤ ਨੇ ਨਾ ਜੰਗ 'ਚ ਵੱਡੀਆਂ ਮੱਲਾਂ ਮਾਰੀਆਂ ਹੋਣਗੀਆਂ, ਵੱਡੇ ਸਾਹਿਬ ਨੇ ਇੱਜ਼ਤ ਮਾਨ ਦੇ ਲਈ ਸੱਦਣਾ ਤੁਹਾਨੂੰ। ਆਪਾਂ ਚਲੋ ਤਿਆਰ ਹੋ ਜਾ, ਚੱਲੀਏ। ਸੱਚਮੁੱਚ ਮਾਤਾ ਜੀ, ਹਜੂਰਾ ਸਿੰਘ ਲੱਖਾਂ ਵਿੱਚੋਂ ਇੱਕ ਸੀ। 100 ਦੁਸ਼ਮਣ ਤੇ ਕੱਲਾ ਭਾਰੀ ਪੈ ਜਾਂਦਾ ਸੀ। ਹਜੂਰਾ ਠੀਕ ਤਾਂ ਹੈ ਨਾ? ਜਦੋਂ ਜੰਗਬੰਦੀ ਦਾ ਐਲਾਨ ਹੋਇਆ ਤਾਂ ਮੁਕਰਰ ਸਮੇਂ ਤੱਕ ਲੜਾਈ ਦਾ ਰੁਖ ਹੋਰ ਵੀ ਜ਼ਿਆਦਾ ਗਰਮ ਹੋ ਗਿਆ। ਦੁਸ਼ਮਣ ਦਾ ਵੱਧ ਤੋਂ ਵੱਧ ਇਲਾਕਾ ਆਪਣੇ ਕਬਜ਼ੇ ਵਿੱਚ ਲੈਣ ਦੀ ਬੰਗਾਰ ਸਾਡੇ ਕਮਾਂਡਰ ਨੇ ਬੜੇ ਜੋਸ਼ ਨਾਲ ਭਰ ਕੇ ਦਿੱਤੀ। ਅੱਗੇ ਵਧੋ, ਜ਼ਮੀਨ ਦਾ ਜਿੰਨਾ ਵੀ ਹਿੱਸਾ ਕਬਜ਼ੇ ਵਿੱਚ ਆਉਂਦਾ ਹੈ ਕਰ ਲਵੋ। ਬਹਾਦਰੀ ਦਿਖਾਉਣ ਦਾ ਇਹ ਮੌਕਾ ਵਾਰ-ਵਾਰ ਨਹੀਂ ਆਏਗਾ। ਦੋਹਾਂ ਪਾਸਿਆਂ ਤੋਂ ਅੱਗ ਵਰਨ ਲੱਗੀ। ਦੁਸ਼ਮਣ ਦਾ ਇੱਕ ਲਪਟੈਨ ਟਾਹਲੀ ਥੱਲੇ ਮੋਰਚਾ ਗੱਡੀ ਸਾਡੀ ਫੌਜ ਦੇ ਆਹੂ ਲਾ ਰਿਹਾ ਸੀ। ਇਹ ਮੋਰਚਾ ਸਾਡੇ ਕਮਾਂਡਰ ਲਈ ਵੰਕਾਰ ਦਾ ਸਵਾਲ ਬਣ ਗਿਆ। ਉਸਨੇ ਸਾਨੂੰ ਵੰਗਾਰਿਆ, ਅੱਗੇ ਵਧੋ ਤੇ ਧਰਤੀ ਬਾਜੀ ਲਾ ਦਿਓ, ਪਰ ਇਹ ਮੋਰਚਾ ਹਰੇਕ ਹਾਲ ਵਿੱਚ ਟੁੱਟਣਾ ਚਾਹੀਦਾ। ਕਿਸੇ ਦਾ ਵੀ ਹੌਸਲਾ ਨਾ ਪਿਆ। ਦੁਸ਼ਮਣ ਵੱਲੋਂ ਗੋਲੀਆਂ ਮੀਂਹ ਵਾਂਗ ਵਰ ਰਹੀਆਂ ਸਨ ਤਾਂ ਸ਼ਹਿਰ ਦੇ ਬੱਚੇ ਹਜੂਰਾ ਸਿੰਘ ਨੇ ਲਲਕਾਰਾ ਮਾਰ ਕੇ ਇਹ ਬੀੜਾ ਚੱਕਿਆ। ਹਜੂਰਾ ਸਿੰਘ ਨੇ ਆਪਣੇ ਗਲੇ ਵਿੱਚ ਗਰਨੇਡਾਂ ਦਾ ਝੋਲਾ ਪਾਇਆ, ਹੱਥ ਵਿੱਚ ਚੈਨ ਗਨ ਫੜੀ ਤੇ ਮੋਢੇ ਤੇ ਗੋਲੀਆਂ ਦਾ ਪਟਾ। ਹਜੂਰਾ ਸਿੰਘ ਦੀਆਂ ਅੱਖਾਂ ਦਾ ਤੇਜ ਦੇਖਿਆ ਨਹੀਂ ਸੀ ਜਾਂਦਾ। ਉਸਦੇ ਕਦਮਾਂ ਵਿੱਚ ਲੋਹੇ ਦਾ ਚੋਲਾ ਫੜ ਸੀ ਅਤੇ ਲੀਲ ਦਾ ਵਲੇਵਾ ਮਾਰ ਕੇ ਦੁਸ਼ਮਣ ਦੇ ਪਿੱਛੋਂ ਦੀ ਉਹਨਾਂ ਦੇ ਮੋਰਚੇ ਤੇ ਪਹੁੰਚ ਗਿਆ। ਬੱਬਰ ਸ਼ੇਰ ਨੇ ਲਲਕਾਰਾ ਮਾਰ ਕੇ ਦੁਸ਼ਮਣ ਨੂੰ ਗੁਲਾਮੇ ਤੋਂ ਫੜਿਆ ਤਾਂ ਉਹਦੇ ਜਿਵੇਂ ਹੋਸ਼ ਹੀ ਉੱਡ ਗਏ। ਦੁਸ਼ਮਣ ਨੂੰ ਗੁਲਾਮੇ ਤੋਂ ਫੜ ਕੇ ਬਾਹਰ ਖਿੱਚਣ ਲੱਗਾ। ਖਿੱਚਾ ਤੋਂ ਹੀ ਦੌਰਾਨ ਦੁਸ਼ਮਣ ਨੇ ਇੱਕ ਟਰੱਕ ਹਜੂਰੇ ਦੀ ਬੱਕੀ ਦੇ ਪਾਰ ਕਰ ਦਿੱਤਾ, ਪਰ ਹਜੂਰੇ ਨੇ ਹੌਸਲਾ ਨਾ ਹਾਰਿਆ। ਦੁਸ਼ਮਣ ਨੂੰ ਘੜੀਸਦਾ ਹੋਇਆ ਕਮਾਂਡਰ ਦੀਆਂ ਪੈਰਾਂ ਵਿੱਚ ਲਿਆ ਸੁੱਟਿਆ। ਹਜੂਰੇ ਦਾ ਆਖਰੀ ਸਾਹ ਕਮਾਂਡਰ ਦੀਆਂ ਬਾਹਾਂ ਵਿੱਚ ਨਿਕਲਿਆ। तुम्हारे हवाले वतन साजियो, अब तुम्हारे हवाले वतन साजियो। ਹਜੂਰੇ ਨੇ ਆਪਣਾ ਆਖਰੀ ਸਾਹ ਲੈਂਦਿਆਂ ਕਮਾਂਡਰ ਨੂੰ ਕਿਹਾ ਕਿ ਮੇਰੇ ਸੰਸਕਾਰ ਵੇਲੇ ਮੇਰੇ ਮਾਂ-ਬਾਪ ਨੂੰ ਜ਼ਰੂਰ ਸੱਦਿਓ। ਅਸੀਂ ਉਸ ਸ਼ਹੀਦ ਦੀ ਜ਼ੁਬਾਨ ਤੇ ਫੁੱਲ ਚੜਾਉਣ ਲਈ ਕਮਾਂਡਰ ਨੇ ਤੁਹਾਨੂੰ ਲੈਣ ਭੇਜਿਆ ਹੈ। ਘੜੀਅਰ ਕੇ ਪੁੱਤ ਦੀ ਲੋਚ ਦੇਖਣ ਦਾ ਜਿਹੜਾ ਨਹੀਂ ਦਿਮਾਗ ਕੋਲੇ।
ਸ਼ਹੀਦਾਂ ਦੀ ਮੌਤ ਤੇ ਰੋਈਦਾ ਨਹੀਂ, ਸਗੋਂ ਫਕਰ ਕਰੀਦਾ। ਉਹਨੇ ਤਾਂ ਦੁਸ਼ਮਣਾਂ ਦੇ ਆਹੂ ਲਾ ਦਿੱਤੇ ਸੀ ਮਾਂ ਜੀ। ਕੀ ਦੁਸ਼ਮਣੀ ਸੀ ਮੇਰੇ ਹਜੂਰੇ ਦੀ ਉਸ ਮੁਸਲਮਾਨ ਨਾਲ? ਨਾ ਵਿਚਾਰਾ ਸਾਨੂੰ ਜਾਣੇ ਨਾ ਸੀ। ਹੁਣ ਮੈਨੂੰ ਲੈ ਕੇ ਤਾਂ ਚੱਲੋ, ਮੈਂ ਪੁੱਛਾਂ ਤਾਂ ਸਹੀ ਕੀ ਵੈਸੇ ਮੇਰੇ ਪੁੱਤ ਨਾਲ ਉਹਦਾ? ਕੀ ਵੈਸੇ ਮੇਰੇ ਪੁੱਤ ਨਾਲ ਉਹਦਾ? ਮਾਂ ਜੀ, ਜੇ ਇਹੀ ਸਵਾਲ ਉਸ ਲਪਟੈਣ ਦੀ ਮਾਂ ਤੁਹਾਨੂੰ ਪੁੱਛੇ ਤਾਂ ਤੁਹਾਡੇ ਕੋਲ ਕੀ ਜਵਾਬ ਹੋਵੇਗਾ ਮਾਂ ਜੀ? ਜੰਗਾਂ ਕਦੇ ਮਾਵਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੀਆਂ ਮਾਂ ਜੀ, ਨਹੀਂ ਦਿੰਦੀਆਂ। ਸਿਰਫ ਸਵਾਲ ਖੜੇ ਕਰਦੀਆਂ ਨੇ। ਸਿਮਰ ਕਰੇ, ਚੰਗਾ ਮਾਵਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੀਆਂ, ਸਿਰਫ ਸਵਾਲ ਖੜੇ ਕਰਦੀਆਂ ਨੇ। ਕੱਲ ਜਦੋਂ ਅਸੀਂ ਆਪਣੇ ਪੁੱਤ ਦੇ ਆਉਣ ਦੀ ਖੁਸ਼ੀ ਦੇ ਵਿੱਚ ਕੰਧਾਂ ਕੋਲਿਆਂ ਤੇ ਡੰਗਰਾਂ ਦੇ ਨਾਲ ਗੱਲਾਂ ਕਰ ਰਹੇ ਸੀ, ਕੀ ਪਤਾ ਵੀ ਸਾਡਾ ਹਜੂਰਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ। ਚੰਗਾ ਮਾਵਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੀਆਂ ਸਿਮਰੋ, ਸਿਰਫ ਸਵਾਲ ਖੜੇ ਕਰਦੀਆਂ ਨੇ। ਸਵਾਲ ਖੜੇ ਕਰਦੀਆਂ ਨੇ। ਹੌਸਲਾ ਰੱਖੋ ਸਰਦਾਰ ਜੀ, ਸਾਨੂੰ ਹੁਣ ਚੱਲਣਾ ਚਾਹੀਦਾ, ਸਾਡੀ ਉਡੀਕ ਹੋ ਰਹੀ ਹੈ। ਚਲੋ ਸਰਦਾਰ ਜੀ। गए सत्ते रंग वे अज सिखर दोपहरे मेरे उड़ गए सत्ते रंग वे अज सिखर दोपहरे मेरे सुपने खा गई जंग वे अज सिखर दोपहरे मेरी तिड़की एक एक वंग वे अज सिखर दोपहरे मेरे उड़ गए सत्ते रंग वे अज सिखर दोपहरे ਹਜੂਰੇ ਦੇ ਬਾਪੂ, ਕੀ ਗੱਲ ਹੋ ਗਈ? ਬਹੁਤ ਸਾਰਾ ਲਹੂ ਪੀਜੋ ਮੇਰਾ, ਰਸਤਾ ਤੜਾ ਕੇ ਬਾਹਰ ਨੂੰ ਭਜਦਾ, ਖਬਰਾਂ ਨੂੰ ਖੋਲੀ ਤੇ ਖੜਨਾ ਚੰਗਾ ਨਹੀਂ ਲੱਗਦਾ। ਕਿਉਂ ਖਿਜੇ ਜਾਂਦੇ ਆ? ਉਹ ਪਾਣੀ ਘੁੱਟ ਪੀ ਲੋ। ਉਹ ਖਿਜਾ ਨਾ ਤਾਂ ਹੋਰ ਕੀ ਕਰਾਂ, ਨਿੱਕਾ ਜਿਹਾ ਹੁੰਦਾ ਸੀ, ਪੜਿਆ ਚਾਵੜਾ ਪਾਲਿਆ ਸੀ, ਤੇ ਹੁਣ ਜਦੋਂ ਵੱਡਾ ਹੋ ਕੇ ਸਹਾਰਾ ਬਣਨਾ ਸੀ ਤਾਂ ਰਸਤਾ ਤੜਾ ਕੇ ਬਾਹਰ ਨੂੰ ਭਜਦਾ। ਮੈਂ ਦੇਖਦਾ ਇਹਨੂੰ, ਹਜੂਰੇ ਦੇ ਮੈਂ ਬਾਪੂ, ਦੇਖਦਾ ਇਹਨੂੰ, ਹਜੂਰੇ ਮੈਂ ਦੇ ਦੇਖਦਾ। ਘਰ ਖੇਰੂ ਹੋ ਗਿਆ। ਪੁੱਤ ਦਾ ਕੀ ਹਾਲ ਸੀ? ਮੇਰੇ ਵਾਸਤੇ ਘਰੇ ਹੀ ਆ। ਧੀਏ ਬਲਦਾਂ ਦੇ ਗੱਲ ਲੱਗਦਾ। ਇਹ ਬੰਦੇ ਨੂੰ ਮੈਂ ਕਦੇ ਖੈਦਾ ਨਹੀਂ ਸੀ ਦੇਖਿਆ। ਵੱਡੀ ਤੋਂ ਵੱਡੀ ਗੱਲ ਹੱਥ 'ਚ ਡਾਲ ਦਿੰਦਾ ਸੀ। ਜਦੋਂ ਦਾ ਹਜੂਰਾ ਗਿਆ ਨਾ, ਖੂਨ ਸਾੜਦਾ ਫਿਰਦਾ, ਖੂਨ ਸਾੜਦਾ ਫਿਰਦਾ। ਆਜੋ ਸਰਦਾਰ ਜੀ, ਸ੍ਰੀ ਅਕਾਲ ਜੀ।
ਹੋਰ ਵੀ ਸਿਮਰ ਕੋਰੇ ਫਸਲਵਾੜੀ ਦਾ ਕੀ ਹਾਲ ਹੈ? ਬਸ ਧੁੰਦ ਪਿੱਟੀ ਜਾਂਦੇ। ਸਤਿ ਸ੍ਰੀ ਅਕਾਲ ਸਰਦਾਰ ਜੀ। ਉਹ ਸਤਿ ਸ੍ਰੀ ਅਕਾਲ ਤਾਂ ਠੀਕ ਆ ਮੈਂ ਵਾਸਿਆ, ਪਰ ਮੈਨੂੰ ਸਰਦਾਰ ਜੀ ਨਾ ਕਿਹਾ ਕਰ, ਉਹ ਸ਼ਰਮ ਜੀ ਆਉਂਦੀ। ਨਹੀਂ ਭਾਊ, ਤੇਰਾ ਰੁਤਬਾ ਵੱਡਾ ਭਾਈ, ਤੂੰ ਪੜਿਆ ਲਿਖਿਆ ਬੰਦਾ ਹੈ। ਆ ਜਾ ਬਹਿ ਜਾ। ਆ ਸਿਮਰ ਕੁਰੇ ਚਾਹ ਬਣਾਓ ਬਈ ਭਾਊ ਨੇ। ਨਹੀਂ ਵੀ ਚਾਹ ਨਹੀਂ ਪੀਣੀ, ਮੈਂ ਤਾਂ ਰਜਿਸਟਰੀ ਆਈ ਆ ਤੁਹਾਡੇ ਨਾਂ ਦੀ। ਇਹ ਕਾਦੀ ਰਜਿਸਟਰੀ ਆ? ਸਿਮਰ ਕੋਰੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਸ ਗੱਲ ਵਾਸਤੇ ਤੈਨੂੰ ਵਧਾਈ ਦੇਵਾਂ ਕਿ ਸਰਕਾਰ ਵੱਲੋਂ ਚਿੱਠੀ ਆਈ ਏ, ਉਹਨਾਂ ਆਪਣੇ ਹਜੂਰੇ ਪੁੱਤ ਨੂੰ ਪਰਮਵੀਰ ਚੱਕਰ ਦੇਣ ਦਾ ਫੈਸਲਾ ਕੀਤਾ ਏ। ਕੁਛ ਮਾਲੀ ਮਦਦ ਵੀ ਕਰਨਗੇ। ਦਿੱਲੀ ਜਾਣਾ ਪਊਗਾ। ਹਾਂ, ਟਿਕਟਾਂ ਵੀ ਭੇਜੀਆਂ ਨੇ। ਪਹਿਲਾਂ ਮਾਵਾਂ ਦੇ ਪੁੱਤ ਮਰਵਾ ਦਿੰਦੇ ਨੇ ਤੇ ਫਿਰ ਇਹ ਨਾਮ ਸੁਣਾ। ਉਹ ਭਾਊ ਆ ਜੰਗਾ ਲੜੇ ਬਿਨਾਂ ਨਹੀਂ ਸਰ ਸਕਦਾ। ਸਰ ਸਕਦਾ ਏ ਮੇਵਾਸਿਆ, ਸਰ ਸਕਦਾ ਏ, ਪਰ ਇਹਨਾਂ ਲੁੱਚੇ ਸਿਆਸਤਦਾਨਾਂ ਦਾ ਨਹੀਂ ਸਰਦਾ। ਉਹ ਜਿਨ੍ਹਾਂ ਨੇ ਆਪਣੇ ਹਿੱਤ ਪੂਰੇ ਕਰਨੇ ਹੁੰਦੇ ਨੇ। ਉਹ ਜੰਗਾ ਇਹਨਾਂ ਲਈ ਜਸ਼ਨ ਹੈ ਤੇ ਸਾਡੇ ਪੁੱਤ ਇਸ ਜਸ਼ਨ ਦਾ ਸਮਾਨ। ਗਰੀਬ ਆਦਮੀ ਆਪਣਾ ਪੇਟ ਭਰਨ ਵਾਸਤੇ ਰੋਟੀ ਮੰਗਦਾ ਹੈ, ਓਏ ਆਪਣੇ ਟੱਬਰ ਦਾ ਢਿੱਡ ਭਰਨ ਵਾਸਤੇ ਉਹਨੂੰ ਪੈਸੇ ਚਾਹੀਦੇ ਨੇ। ਜਿਹਦੀ ਖਾਤਰ ਹੋਏ ਵਰਦੀ ਪਾ ਕੇ ਹੱਥ ਵਿੱਚ ਬੰਦੂਕ ਫੜ ਕੇ ਜਾਂ ਚੜਦਾ ਏ ਬਰਫ਼ ਦੀਆਂ ਟੀਸੀਆਂ ਉੱਤੇ। ਉਸ ਟੀਸੀ ਦੇ ਉੱਤੇ ਖੜਾ ਉਹ ਸ਼ੇਰ ਸਿੰਘ ਵੀ ਰੋਟੀ ਲਈ ਲੜ ਰਿਹਾ ਹੁੰਦਾ ਤੇ ਸ਼ੇਰ ਮੁਹੰਮਦ ਵੀ। ਪਰ ਇਹਨਾਂ ਕੁਰਸੀਆਂ ਦੇ ਉੱਤੇ ਬੈਠੇ ਚਾਹੇ ਸ਼ੇਰ ਸਿੰਘ ਹੋਣ, ਸ਼ੇਰ ਰਾਮ ਹੋਣ ਜਾਂ ਫਿਰ ਸ਼ੇਰ ਮੁਹੰਮਦ, ਓਏ ਆਪਣੀ ਕੁਰਸੀ ਨੂੰ ਸਲਾਮਤ ਰੱਖਣ ਲਈ ਚੰਗਾ ਮੱਲੋ ਮੱਲੀ ਛੇੜਦੇ ਨੇ। ਪੁੱਤ ਮਰਦੇ ਨੇ। ਜੰਗ ਜਿੱਤਣ ਵਾਲਾ ਜਿੱਤ ਦੇ ਨਾਂ ਤੇ ਵੋਟਾਂ ਮੰਗਦਾ ਏ ਕਿ ਦੇਖੋ ਅਸੀਂ ਦੁਸ਼ਮਣ ਦੇ ਝੱਗੇ ਛੁਡਾ ਦਿੱਤੇ ਤੇ ਹਾਰਨ ਵਾਲਾ ਹਮਦਰਦੀ ਦੇ ਨਾਂ ਤੇ ਅਸੀਂ ਘਰਾਂ ਵਿੱਚ ਨਿਆਸਰੇ ਹੋ ਕੇ ਬੈਠ ਜਾਂਦੇ ਆ ਮੇਵਾਸਿਆ, ਨਿਆਸਰੇ ਹੋ ਕੇ। ਜੰਗ ਵਿੱਚ ਹਾਕਮ ਸਦਾ ਜਿੱਤਦੇ ਤੇ ਲੋਕੀ ਹਾਰਦੇ। ਦੋ ਹੀ ਪਾਸੇ ਲਾਡਲੇ ਮਾਵਾਂ ਦੇ ਜਾਨਾਂ ਵਾਰਦੇ। ਜੰਗ ਮੇਵਾਸਿਆ 100 ਵਾਰ ਦਿੱਲੀ ਜਾਣਾ ਪਊਗਾ, ਰੋਟੀ ਪਾਣੀ ਤੁਹਾਡਾ ਸਰਕਾਰ ਕਰੂਗੀ। ਭਾਊ ਜੇ ਤੂੰ ਨਾਲ ਚੱਲੇ ਔਰ ਸਾਨੂੰ ਮਾਤਰਾਂ ਨੂੰ ਤੇ ਪਤਾ ਕੁਝ ਨਹੀਂ ਲੱਗਣਾ। ਬਸ ਸਰਕਾਰ ਨੇ ਤੁਹਾਨੂੰ ਆਪੇ ਸਾਂਭ ਲੈਣਾ। ਪਰਮਵੀਰ ਚੱਕਰ ਵਿਜੇਤਾ ਦੇ ਮਾਂ-ਬਾਪੋ ਕੋਈ ਮਾੜੀ ਮੋਟੀ ਗੱਲ ਨਹੀਂ। ਪਰਮਵੀਰ ਚੱਕਰ ਤੂੰ ਐ ਸਮਝ ਲੈ ਮੇਵਾਸਿਆ, ਅੰਗਰੇਜ਼ਾਂ ਦਾ ਸਭ ਤੋਂ ਵੱਡਾ ਤਗਮਾ ਹੈ ਵਿਕਟੋਰੀਆ ਕਰਾਸ। ਉਹ ਵਿਕਟੋਰੀਆ ਕਰਾਸ ਵਾਲੇ ਨੂੰ ਤਾਂ ਮਲਕਾ ਵੀ ਖੜੀ ਹੋ ਕੇ ਸਲੂਟ ਮਾਰਦੀ ਏ ਤੇ ਬੈਠਣ ਲਈ ਕੁਰਸੀ ਛੱਡਦੀ ਏ। ਇਸ ਤਮਗੇ ਦਾ ਇੰਨਾ ਮਾਣ ਤਾਣ ਸੁਣਿਆ ਤਾਂ ਐਵੇਂ ਹੀ ਆ ਭਾਈ। ਬਾਕੀ ਪਰਮਵੀਰ ਚੱਕਰ ਹਜੂਰੇ ਦੀ ਪਤਨੀ ਮਿੰਦੋ ਨੂੰ ਮਿਲੇਗਾ। ਤੁਸੀਂ ਨਾਲ ਹੋਵੋਗੇ ਰੁਤਬੇ ਦਾ ਨਿੱਘ ਮੰਨਣ ਲਈ। ਤੇ ਇੱਧਰ ਆ ਫੜ। ਹੋ ਸਕਦਾ ਪੁੱਤ ਗਵਾ ਕੇ ਮਿਲਿਆ ਤਮਗਾ ਛਾਤੀ ਨੂੰ ਨਿੱਘ ਦੇ ਸਕੇ। ਇਹੀ ਸੱਚਾ ਪੁੱਤ, ਇਸੇ ਨੂੰ ਸਹੀ ਮੰਨ ਕੇ ਚੱਲਣਾ ਪਊਗਾ। ਦਰਦ ਦਾ ਦਰਿਆ ਕਿਵੇਂ ਪੀਵਾਂ
पल किवें जीवांगे तब के आसरे वार गया देश दे उत्तों हंस के अपनी जान जय जय वीर जवान ते जय जय हिंदुस्तान जय जय वीर जवान जय जय शहीद हजूरा सिंह सिख बटालियन शहीद हजूरा सिंह सिख बटालियन दे पिता जी अपनी कुर्सी ते खड़े होणगे स्वागत कीता जाए शहीद हजूरा सिंह सिख बटालियन दे माता जी बीबी समर कौर जी अपनी कुर्सी ते खड़े होणगे स्वागत कीता जाए शहीद हजूरा सिंह सिख बटालियन होए वाह ओए पुत्रा ऐना मान ऐनी इज्जत एडा वड्डा पंडाल एडे वड्डे वड्डे अफसर चौड़ियां छातियां वाले खड़ियां मुछां वाले तुरदे आ ते जणियां लगदा भी किसे सवाल दा हल करदे होण 2 जमा 2 4 4 च पाया 1 पिछे रह गई ते उन्हां दे विच बैठा मैं सरदार मेवा सिंह शहीद दा पिता ਇੱਥੇ ਕਿਸੇ ਆ ਪਿੰਡ 'ਚ ਗੁਰਦੁਆਰੇ 'ਚ ਆ ਟੁੱਟੇ ਜੇ ਬੰਦੇ ਨੂੰ ਕੋਈ ਸਰੋਪਾ ਗਲ 'ਚ ਪਾ ਦੇਣਾ ਤਾਂ ਜਣੀਓ 10-15 ਦਿਨ ਦੂਜਿਆਂ 'ਚ ਰਲਦਾ ਹੀ ਨਹੀਂ ਓਏ ਅਸੀਂ ਤਾਂ ਫੇਰ ਵੀ ਰਾਸ਼ਟਰਪਤੀ ਕੋਲੋਂ ਧਮਗਾ ਲੈ ਕੇ ਆਏ ਆ ਨੌਜਵਾਨਾਂ ਨੇ ਆਪ ਅੱਗੇ ਵੱਧ ਕੇ ਮਿੰਦੋ ਧੀ ਦੀ ਝੋਲੀ ਧਮਗਾ ਪਾਇਆ ਸੌਰੀ ਦੀ रोन लगती कमली ਬਾਪੂ ਤੂੰ ਤਾਂ ਨਹੀਂ ਅੱਖਾਂ ਭਰੀਆਂ ना ना पुत मैं मन तकड़ा कर लिया पुत मर्द भरी सभा च रोन लग जे चंगा नहीं लगता पुत मैं मन तकड़ा कर लिया पुत मैं मन तकड़ा कर लिया ਦੇਖੀ ਮੈਨੂੰ ਕਿਤੇ ਭੁੱਲੀ ਨਾ ਜਾਈ नहीं पुत तू तो इस रुख दी शाखा है शाखा नालों टुट के बड़ा रुख फल किदां तू कमलिया तेरी याद सहारे टब्बर पालना मैं तेरी याद सहारे ਦੇਖੀ ਬਾਪੂ ਮਿੰਦੋ ਦਾ ਖਿਆਲ ਰੱਖਿਓ ਕਿਤੇ ਮੇਰੇ ਬਿਨਾ ਉਤਰੀ ਨਾ ਜਾਵੇ मंदो तो मेरी धी वर्गी है ओदी हर लोड़ पूरी करू सिमरो ओदा खान पीन हार शिंगार किते ਹੋ ਗਿਆ ਨਾ ਰੋਣ ਹੱਤਾ ਉਹ ਭਰਨ ਲੱਗ ਪਿਆ ਨਾ ਅੱਖਾਂ ਓਏ ਐ ਕਿਵੇਂ ਚਲਾਏਗਾ ਘਰ ਨੂੰ नहीं पुत मैं नहीं रोंदा पुत मर्द भरी सभा च रोन लग जे चंगा नहीं लगता पुत मैं मन तकड़ा कर लिया हजूरे पुत मैं मन तकड़ा कर लिया हजूरे पुत मैं मन तकड़ा कर लिया पुत मैं मन तकड़ा कर लिया हजूरे पुत ਕੀ ਗੱਲ ਹੋ ਗਈ ਕਿਹਦੇ ਨਾਲ ਗੱਲਾਂ ਕਰੀ ਜਾਂਦੇ ਆ गल्ला मैं किदे नाल कर रही गल्ला धीए उरे आ इत्थे बैठ सरकार ने वादा किया सी ना कि शहीद दे घर वाली नूं नौकरी मिलूगी तू आपदा 10वीं दा सर्टिफिकेट कढ के रखी पुत आपां नौकरी दी अर्जी देन जाना ਹਜੂਰੇ ਦੇ ਬਾਪੂ ਰੋਟੀ ਖਾ ਕੇ ਆਰਾਮ ਕਰ ਲਓ ना सिमर परे जमा भुख नहीं तुसी खा लो ਨਹੀਂ ਬਾਪੂ ਜੀ ਸਰਸਵਤੀ ਰੋਟੀ ਤਾਂ ਖਾ ਲੈਂਦੇ ना धीए जमा भुख नहीं तुसी खा के अंदर सवार च सौ जाओ मैं इत्थे ही सौ जाना ना पुत सौ जाओ
ਆ ਮਿੰਦੋ ਪੁੱਤ ਆ ਰੇੜਵਾ ਲਾ ਕੇ ਮੇਰੇ ਕੋਲ ਧਰ ਦੇ। ਅੱਜ ਬੜੀ ਦੇਰ ਬਾਅਦ ਗਾਉਣ ਸੁਣਨ ਨੂੰ ਜੀ ਕੀਤਾ। ਲਿਆ ਮੇਰਾ ਪੁੱਤ, ਲਿਆ ਪੁੱਤ, ਸ਼ਾਬਾਸ਼, ਲਿਆ ਮੇਰਾ ਪੁੱਤ, ਪੁੱਤ ਲਿਆ। ਸੌਂ ਜਾ ਪੁੱਤ, ਸੌਂ ਜਾ ਤੁਸੀਂ, ਸੌਂ ਜਾ। ਬ੍ਰੇਕਿੰਗ ਨਿਊਜ਼। ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਸਾਬਕਾ ਫੌਜੀ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਖੁਦਕੁਸ਼ੀ ਕਰਨ ਦੀ ਆਗਿਆ ਮੰਗੀ ਹੈ। ਅਜਿਹਾ ਉਸਨੇ ਆਪਣੀ ਆਰਥਿਕ ਮੰਦਹਾਲੀ ਦੇ ਚੱਲਦਿਆਂ ਪਰਿਵਾਰ ਦਾ ਨਿਵਾਹ ਨਾ ਕਰ ਸਕਣ ਦੀ ਹਾਲਤ ਚੋਂ ਕੀਤਾ ਹੈ। ਪੇਸ਼ ਹੈ ਸਾਡੇ ਸੰਵਾਦਦਾਤਾ ਵੱਲੋਂ ਰਿਕਾਰਡ ਕੀਤੀ ਫੌਜੀ ਪੰਜਾਬ ਸਿੰਘ ਨਾਲ ਵਾਰਤਾਲਾਪ। ਪੰਜਾਬ ਸਿੰਘ ਜੀ, ਅਜਿਹੇ ਫੈਸਲੇ ਦਾ ਕਾਰਨ? ਮੈਂ ਆਪਣੇ 3 ਬੱਚਿਆਂ ਨੂੰ ਰੋਟੀ ਨਹੀਂ ਖਵਾ ਸਕਦਾ, ਉਹਨਾਂ ਨੂੰ ਪੜ੍ਹਾ ਨਹੀਂ ਸਕਦਾ। ਮੇਰੇ ਬੱਚੇ ਕਹਿੰਦੇ ਨੇ, ਡੈਡੀ ਤੂੰ 15 ਸਾਲ ਦੇਸ਼ ਦੀ ਸੇਵਾ ਕੀਤੀ ਹੈ, ਕੀ ਤੇਰੇ ਕੋਲ ਇੰਨੇ ਪੈਸੇ ਵੀ ਨਹੀਂ ਕਿ ਸਾਨੂੰ ਪੜ੍ਹਾ ਸਕੇ? ਕਾਨਵੈਂਟ ਸਕੂਲਾਂ ਵਿੱਚ ਨਾ ਸਹੀ, ਸਰਕਾਰੀ ਸਕੂਲਾਂ ਵਿੱਚ ਤਾਂ ਪੜ੍ਹਾਈ ਸਕਦੇ ਹੋ। ਬੱਚਿਆਂ ਨੂੰ ਕੌਣ ਸਮਝਾਵੇ ਇਹ ਗੱਲਾਂ? ਉਹ ਕਹਿੰਦੇ ਨੇ ਦਫ਼ਤਰ 'ਚੋਂ ਕੰਮ ਕਰਦੇ ਕਲਰਕ ਦਾ ਬੇਟਾ ਵੀ ਅੰਗਰੇਜ਼ੀ ਸਕੂਲ 'ਚੋਂ ਪੜ੍ਹਦਾ ਹੈ, ਤੂੰ ਤਾਂ ਫੌਜ ਦਾ ਸਿਪਾਹੀ ਰਿਹਾ ਹੈ, ਤੇਰਾ ਰੁਤਬਾ ਕਲਰਕ ਤੋਂ ਕਿਤੇ ਵੱਡਾ ਹੈ। ਅਸੀਂ ਕਿਉਂ ਤੱਪੜਾਂ ਵਾਲੇ ਸਕੂਲ ਵਿੱਚ ਪੜ੍ਹੀਏ? ਕਾਹਤੋਂ ਪੜ੍ਹੀਏ ਤੱਪੜਾਂ ਵਾਲੇ ਸਕੂਲ ਵਿੱਚ? ਤੁਸੀਂ ਚਾਹੁੰਦੇ ਕੀ ਹੋ? ਇਸ ਜਿੱਲਤ ਭਰੀ ਜ਼ਿੰਦਗੀ ਤੋਂ ਛੁਟਕਾਰਾ। ਮੇਰੀ ਬੀਬੀ ਕੈਂਸਰ ਦੀ ਮਰੀਜ਼ ਹੈ, ਸਰਕਾਰੀ ਹਸਪਤਾਲ ਵਿੱਚ ਇਲਾਜ ਹੈ ਨਹੀਂ, ਪ੍ਰਾਈਵੇਟ ਹਸਪਤਾਲ 'ਚੋਂ ਲੱਖਾਂ ਦਾ ਖਰਚਾ ਹੈ। ਮੈਂ ਕਿੱਥੋਂ ਖਰਚਾ ਕਰਾਂ? ਕਿੱਥੋਂ ਲਿਆਵਾਂ ਖਰਚਾ? ਹਾਏ ਨੌਜਵਾਨੋ, ਤੁਸੀਂ ਦੇਸ਼ ਦੇ ਰਾਖੇ ਹੋ ਸਰਹੱਦਾਂ ਤੇ, ਓਏ ਇੱਥੇ ਕਿਉਂ ਹਾਰ ਮੰਨੀ ਬੈਠਾ ਜਵਾਨਾ? ਕਿਉਂ? ਉੱਥੇ ਦੁਸ਼ਮਣ ਦਾ ਪਤਾ ਹੈ ਕਿ ਕੌਣ ਹੈ, ਉਸ ਨੂੰ ਮਾਰ ਕੇ ਤਨਖਾਹ ਮਿਲਦੀ ਹੈ। ਇੱਥੇ ਪਤਾ ਨਹੀਂ ਲੱਗਦਾ ਦੁਸ਼ਮਣ ਕੌਣ ਹੈ, ਕਿਹਨੂੰ ਖਤਮ ਕਰੀਏ। ਇਸੇ ਲਈ ਆਪਣੇ ਆਪ ਨੂੰ ਖਤਮ ਕਰਨਾ ਹੀ ਵਾਜਬ ਲੱਗਦਾ ਹੈ। ਮੈਂ ਦੇਸ਼ ਦੇ ਰਾਸ਼ਟਰਪਤੀ ਅੱਗੇ ਹੱਥ ਬੰਨ ਕੇ ਬੇਨਤੀ ਕਰਦਾ ਕਿ ਮੈਨੂੰ ਜਨਤਕ ਤੌਰ ਤੇ ਖੁਦਕੁਸ਼ੀ ਕਰਨ ਦੀ ਆਗਿਆ ਦਿੱਤੀ ਜਾਵੇ। ਮੈਂ ਬੇਨਤੀ ਕਰਦਾ ਕਿ ਮੈਨੂੰ ਜਨਤਕ ਤੌਰ ਤੇ ਖੁਦਕੁਸ਼ੀ ਕਰਨ ਦੀ ਆਗਿਆ ਦਿੱਤੀ ਜਾਵੇ। ਮੈਨੂੰ ਜਨਤਕ ਤੌਰ ਤੇ ਖੁਦਕੁਸ਼ੀ ਕਰਨ ਦੀ ਆਗਿਆ ਦਿੱਤੀ ਜਾਵੇ। ਨਾ ਕਰਿਓ, ਨਾ ਕਰਿਓ, ਨਾ ਕਰਿਓ ਇਹਦੀ ਬੇਨਤੀ ਸਰਕਾਰ। ਪੁੱਛਦਿਲ ਕਾਇਰ ਤਰਪੋ ਕਿਸੇ ਥਾਂ ਦਾ। ਓਏ ਲੜੋ ਸਾਲਿਓ, ਮਰਦੇ ਕਿਉਂ? ਲੜੋ, ਅੱਜ ਲੜਨ ਦੀ ਲੋੜ ਹੈ, ਲੜੋ। ਦੁੱਖ ਸੁੱਖ ਜ਼ਿੰਦਗੀ ਦੇ ਨਾਲ ਚੱਲਦੇ ਫੌਜੀਆ ਤੂੰ ਇੰਨਾ ਕਿਉਂ ਉਦਾਸ ਹੋ ਗਿਆ? ਦੁੱਖ ਸੁੱਖ ਜ਼ਿੰਦਗੀ ਦੇ ਨਾਲ ਚੱਲਦੇ ਫੌਜੀਆ ਤੂੰ ਇੰਨਾ ਕਿਉਂ ਉਦਾਸ ਹੋ ਗਿਆ? ਨਿੱਕੀ ਜਿਹੀ ਜੰਗ ਵਿੱਚ ਫੇਲ ਹੋ ਗਿਆ, ਨਿੱਕੀ ਜਿਹੀ ਜੰਗ ਵਿੱਚ ਫੇਲ ਹੋ ਗਿਆ। ਵੱਡੀਆਂ ਲੜਾਈਆਂ ਤਾਂ ਤੂੰ ਪਾਸ ਹੋ ਗਿਆ, ਵੱਡੀਆਂ ਲੜਾਈਆਂ ਤਾਂ ਤੂੰ ਪਾਸ ਹੋ ਗਿਆ, ਵੱਡੀਆਂ ਲੜਾਈਆਂ ਤਾਂ ਤੂੰ ਪਾਸ ਹੋ ਗਿਆ। ਸਰਕਾਰਾਂ ਨੇ ਵੀ ਲਹੂ ਪੀਤਾ। ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਸਤਿ ਸ੍ਰੀ ਅਕਾਲ ਜੀ। ਕੀ ਆ ਸਿਰ ਤੇ ਚੜਿਆ ਹੋਣਾ? ਸਿਰ ਤੇ ਕਾਹਨੂੰ ਚੜਨਾ ਜੀ? ਆ ਮੈਂ ਦੂਰੋਂ ਫਤਿਹ ਬੁਲਾਈ, ਉਹ ਤੁਸੀਂ ਜਵਾਬ ਨਹੀਂ ਦਿੱਤਾ ਜੀ। ਮੈਂ ਸੋਚਿਆ ਵੀ ਸਰਕਾਰ ਉੱਚਾ ਸੁਣਦੀ ਹੋ, ਮੈਂ ਕੋਲੇ ਆ ਕੇ ਫਤਿਹ ਬੁਲਾਤੀ ਜੀ। ਬੁਲਾਤੀ ਫਤਿਹ? ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ। ਹੋਰ ਬੱਚਿਆਂ ਦਾ ਕੀ ਹਾਲ ਆ? ਸਾਰੇ ਠੀਕ ਆ? ਮੱਝ ਦੁੱਧ ਦੇਈ ਜਾਂਦੀ ਆ? ਉਹ ਕੁੜੀ ਰਹੀ ਰਸਤਾ ਲੱਭ ਗਿਆ ਕਿ ਨਹੀਂ? ਮੈਂ ਸਮਝਿਆ ਨਹੀਂ ਜੀ। ਉਹ ਫਿਰ ਮੈਂ ਸਮਝਾਉਣਾ। ਤੂੰ ਸਰਕਾਰੀ ਦਫ਼ਤਰ ਆਇਆ, ਆਦੇ ਫੁੱਫੜ ਦੇ ਘਰੇ ਨਹੀਂ ਆਇਆ ਵੀ ਆਉਂਦੇ ਨੂੰ ਚਾਹ ਦੇ ਨਾਲ ਬਿਸਕੁਟ ਦੇਈਏ ਤੇ ਜਾਣ ਲੱਗਾ ਕਿਵੇਂ? ਫੁੱਫੜ ਜੀ ਅਗਲੇ ਐਤਵਾਰ ਸਾਡੇ ਭੋਗ ਹੋਗਾ, ਜ਼ਰੂਰ ਆਉਣਾ। ਮੈਂ ਤਾਂ ਕੰਮ ਲਈ ਆਇਆ ਸੀ ਜੀ। ਤੇਰਾ ਕੰਮ ਦੱਸ ਕੀ ਆ? ਮੈਂ ਜੀ ਹਾਂਜੀ ਉਹ ਛੇਤੀ ਮੂੰਹੋਂ ਫੱਟ, ਕੰਮ ਕੀ ਆ? ਹਾਂਜੀ 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 ਪਾਪਾ ਨੇ ਚੱਕਰ ਉਹ ਯਾਰ ਕੰਮ ਦੱਸ ਕੀ ਆ? ਜੀ, ਪਰਵੀ ਚੱਕਰ ਹੈ ਜੀ। ਉਹ ਕੰਮ ਦੱਸ ਦੇ। ਜੀ ਰਾਸ਼ਟਰਪਤੀ ਨੇ ਦਿੱਤਾ ਜੀ। ਉਹ ਯਾਰ ਮੈਂ ਕਦੋਂ ਕਿਹਾ ਤੁਸੀਂ ਵੀ ਨੇ ਦਿੱਤਾ? ਕੰਮ ਦੱਸ। ਜੀ ਵਿਕਟੋਰੀਆ ਕ੍ਰਾਸ ਦੇ ਬਰਾਬਰ ਹੁੰਦਾ ਜੀ। ਉਹ ਭਾਈਆ ਤੈਨੂੰ ਕੋਈ ਕੰਮ ਵੀ ਆ ਕਿ ਐਵੇਂ ਮੇਰਾ ਦਿਮਾਗ ਖਾਣ ਆ ਗਿਆ? ਉਹ ਮੈਂ ਇੱਥੇ ਫਾਈਲਾਂ ਦੇ ਢੇਰ 'ਚ ਫਸਿਆ ਹੋਇਆ, ਉਹ ਤੇਰੇ ਨੂੰ ਘਰੋਂ ਕੱਢਿਆ ਨਹੀਂ। ਹੋ ਸਕਦਾ ਕਿ ਇਹਨੂੰ ਇਸ ਕਾਨੂੰਨ ਬਾਰੇ ਪਤਾ ਹੀ ਨਾ ਹੋਵੇ। ਬਈ ਜ਼ਰੂਰੀ ਤਾਂ ਨਹੀਂ ਬਈ ਸਾਰੇ ਇਸ ਕਾਨੂੰਨ ਬਾਰੇ ਜਾਣਦੇ ਹੋਣ। ਉਹ ਭਾਈਆ
ਕੀ ਬੜਬੜ ਜੀ ਕਰੀ ਜਾਂਦਾ ਓਏ ਓਏ ਪਰਵੀਰ ਚੱਕਰ ਇਹ ਰਾਸ਼ਟਰਪਤੀ ਨੇ ਦਿੱਤਾ ਇਹਨੂੰ ਵੱਡੇ ਵੱਡੇ ਜੱਜ ਮੰਤਰੀ ਡੀਸੀ ਸਲੂਟ ਮਾਰਦੇ ਆ ਤੇ ਆਪਦੀ ਕੁਰਸੀ ਛੱਡ ਕੇ ਖੜੇ ਹੋ ਜਾਂਦੇ ਆ ਅੱਛਾ ਮਾਫ ਕਰੋ ਬਾਬਾ ਜੀ ਬੈਠੋ ਆਜੋ ਬੈਠੋ ਠੰਡਾ ਪਾਣੀ ਪਿਲਾਵਾਂ ਨਹੀਂ ਤੁਸੀਂ ਮੇਰੇ ਵਾਲੀ ਕੁਰਸੀ ਤੇ ਬੈਠੋ ਮੈਂ ਘਰੇ ਜਾਇਆ ਨਾ ਹਾਂ ਸਮਝਿਆ ਪਤੰਦਰ ਹਾਂਜੀ ਮੈਂ ਸਾਰਾ ਕੁਝ ਸਮਝ ਗਿਆ ਘੁੰਮਦੇ ਤੁਹਾਡੇ ਦਿਮਾਗ ਨੂੰ ਚੜ ਗਈ ਗਰਮੀ ਠੰਡੀ ਹਵਾ ਖਾਓ ਪਾਣੀ ਪੀਓ ਜਦੋਂ ਸਾਹਾਂ 'ਚ ਸਾਹ ਆ ਗਏ ਚਲੇ ਜਾਇਓ ਪਰ ਰੱਬ ਦਾ ਵਾਸਤਾ ਚੁੱਪ ਕਰਕੇ ਬਹਿ ਜਾਓ ਮੈਂ ਕੰਮ ਕਰਨਾ ਓ ਮੇਰੇ ਦਿਮਾਗ ਨੂੰ ਕੋਈ ਗਰਮੀ ਨਹੀਂ ਚੜੀ ਹੋਈ ਮੈਂ ਤਾਂ ਇਹ ਪੁੱਛਣ ਆਇਆ ਸੀ ਵੀ ਜਿਹੜੇ ਨੌਜਵਾਨ ਸ਼ਹੀਦ ਹੋ ਜਾਂਦੇ ਆ ਉਹਨਾਂ ਦੇ ਘਰ ਵਾਲਿਆਂ ਨੂੰ ਨੌਕਰੀ ਇੱਥੇ ਮਿਲਦੀ ਹੈ ਉਹ ਭੋਲਿਆ ਨੌਕਰੀਆਂ ਤਾਂ ਹੁਣ ਘਰ ਵਾਲਿਆਂ ਨੂੰ ਨਹੀਂ ਮਿਲਦੀਆਂ ਤੂੰ ਘਰ ਵਾਲੀ ਵਾਸਤੇ ਲੱਭੂ ਤੁਰ ਪਿਆ ਓਏ ਮੇਰੇ ਮੁੰਡੇ ਨੇ ਦੇਸ਼ ਦੀ ਖਾਤਰ ਸ਼ਹੀਦੀ ਦਿੱਤੀ ਹੈ ਸਰਕਾਰ ਨੇ ਆ ਪਲਾਨ ਕੀਤਾ ਸੀ ਭਾਉ ਨੇ ਆਈ ਦਫ਼ਤਰ ਦੱਸਿਆ ਸੀ ਉਹ ਤੇਰੇ ਕੋਲ ਕੋਈ ਚਿੱਠੀ ਹੈਗੀ ਆ ਕਮਾਲ ਕਰਦੇ ਹੋ ਜੀ ਆ ਭਰੇ ਦਰਬਾਰ 'ਚ ਖੜ ਕੇ ਭਲਾ ਕੋਈ ਝੂਠ ਬੋਲੂਗਾ ਉਹ ਭੋਲਿਆ ਪੰਛੀਆ ਉਹ ਦੇਸ਼ ਦੇ ਲੀਡਰ ਉਹ ਤੇਰੇ ਦੇਸ਼ ਦੇ ਲੀਡਰ ਇੱਥੇ ਖੜ ਕੇ ਸੌਹਾਂ ਖਾਂਦੇ ਆ ਤੇ ਬਾਹਰ ਨਿਕਲਦੇ ਹੀ ਤੋੜ ਦਿੰਦੇ ਆ ਉਹ ਕੋਈ ਸ਼ੱਕ ਵੀ ਨਹੀਂ ਕਰਦਾ ਮੇਰੇ ਮੁੰਡੇ ਨੇ ਦੇਸ਼ ਦੀ ਖਾਤਰ ਸ਼ਹੀਦੀ ਦਿੱਤੀ ਹੈ ਓਏ ਹੁਣ ਤੇਰੀ ਖਾਤਰ ਮੈਂ ਇੱਥੇ ਸ਼ਹੀਦ ਹੋ ਜਾ ਐ ਕਮਲਾ ਉਹ ਸਰਕਾਰੀ ਦਫ਼ਤਰ ਦੀਆਂ ਪਹਿਲਾਂ ਸਵੇਰੇ ਹੀ ਮੂੰਹ ਛੱਡ ਕੇ ਬਹਿ ਜਾਂਦੀਆਂ ਕਿ ਸਾਡਾ ਢਿੱਡ ਭਰੋ ਅਰਜ਼ੀਆਂ ਨਾਲ ਅਸੀਂ ਲੱਗੇ ਰਹਿੰਦੇ ਉਹਨਾਂ ਢਿੱਡ ਭਰ ਸਾਲੀਆਂ ਸੂਣ ਜਾਣਾ ਸੁਣ ਗਿਆ ਕਿਵੇਂ ਨਹੀਂ ਅਸੀਂ ਵੀ ਆਪਦੇ ਖੇਤਾਂ ਦਾ ਢਿੱਡ ਭਰਦੇ ਆ ਪੀ ਨਾਲ ਖਾਦ ਨਾਲ ਦਵਾਈਆਂ ਨਾਲ ਰੇਹਾਂ ਸਪਰੇਹਾਂ ਨਾਲ ਤੇ ਖੇਤ ਸਾਨੂੰ ਤੇ ਸਾਡੇ ਨਿਆਣਿਆਂ ਨੂੰ ਰੋਟੀ ਦਿੰਦੇ ਨੇ ਤੇ 6 ਮਹੀਨਿਆਂ ਬਾਅਦ ਫਿਰ ਮੋੜ ਲੈਂਦੇ ਨੇ ਅਸੀਂ ਉਹਨਾਂ ਦਾ ਫੇਰ ਢਿੱਡ ਭਰਦੇ ਆ ਇਸ ਆਸ ਦੇ ਵਿੱਚ ਕਿ ਖੇਤ ਸਾਡਾ ਢਿੱਡ ਭਰਨਗੇ ਪਰ ਅਸੀਂ ਉਹਨਾਂ ਨੂੰ ਮਾੜਾ ਨਹੀਂ ਬੋਲਦੇ ਉਹਨਾਂ ਨੂੰ ਬੁਰਾ ਭਲਾ ਨਹੀਂ ਕਹਿੰਦੇ ਉਹ ਰੱਬ ਦਾ ਵਾਸਤਾ ਚੁੱਪ ਕਰ ਜੋ ਉਹਨੂੰ ਪਿੰਡੂਆਂ ਨੂੰ ਛੋਟੀ ਗੱਲ ਨਹੀਂ ਆਉਂਦੀ ਉਹ ਸ਼ਹਿਰੀਆਂ ਵਾਂਗੂ ਤਿੱਖੇ ਚਲਾ ਕਿਉਂ ਨਹੀਂ ਮੰਨਦੇ ਅਗਲੇ ਚੰਡੀਗੜ੍ਹ ਨੂੰ PhD ਰੱਖਦੇ ਆ 2 ਮਿੰਟ ਦੇ ਕੰਮ ਕਰਾ ਕੇ 2 ਲਫ਼ਜ਼ ਬੋਲਦੇ ਆ ਮਣੀ ਕਰਾ ਕੇ 2 ਮਿੰਟ 'ਚ ਚਲੇ ਜਾਂਦੇ ਆ ਉਹ ਤੁਸੀਂ ਅਨਪੜ੍ਹ ਪਿੰਡੂ ਗਵਾਰ ਸਾਰਾ ਇਤਿਹਾਸ ਫਰੋਲ ਕੇ ਬਹਿ ਜਾਂਦੇ ਆ ਚੰਗਾ ਹੁਣ ਮੇਰਾ ਲੰਚ ਦਾ ਟਾਈਮ ਹੋ ਗਿਆ ਮੈਂ ਚੱਲਿਆ ਉਹ ਨਾਲੇ ਬਾਬਾ ਗਾਂ ਤੋਂ ਆਉਣਾ ਹੋਇਆ ਚਿੱਠੀ ਨਾਲ ਲੈ ਕੇ ਆਈ ਉਹ ਨਾਲੇ ਆਪਦੇ ਇਲਾਕੇ ਦਾ ਕੋਈ MLA ਜਾਂ MP ਨੂੰ ਨਾਲ ਲੈ ਕੇ ਕੰਮ ਕਰਾਈ ਉਹ ਨਾਲੇ ਵਿਕਟੋਰੀਆ ਕਰਾਸ ਜਾਂ ਘਰੇ ਰੱਖ ਕੇ ਆਈ ਮੈਂ ਬੁੱਢੇ ਬਾਰੇ ਵਕੀਲ ਪੜਵਾ ਕੇ ਬਹਿ ਜਾਏਗਾ ਤੂੰ ਝੂਠ ਬੋਲਦਾ ਅਸੀਂ ਜਿਹੜੇ ਰੋਜ਼ ਮਿੱਟੀ ਨਾਲ ਮਿੱਟੀ ਹੁੰਨੇ ਆ ਇਹਦੇ ਮੁਤਾਬਕ ਬੇਵਕੂਫ ਆ ਅਸੀਂ ਜਿਨ੍ਹਾਂ ਨੇ ਕੰਮ ਨਹੀਂ ਆਪਦਾ ਕੰਮ ਸਮਝਿਆ ਹੋਇਆ ਹੈ ਇਹਦੇ ਕਹਿਣ ਮੁਤਾਬਕ ਕਿਸੇ ਕੰਮ ਦੇ ਨਹੀਂ ਅਸੀਂ ਕਲਰ ਵਾਲੀ ਮਿੱਟੀ ਨੂੰ ਆਪਣੇ ਪਸੀਨੇ ਨਾਲ ਸਿੰਜਿਆ ਇਸ ਕਲਰ ਨਾਲ ਵੀ ਮੱਥਾ ਲਾ ਕੇ ਦੇਖਦੇ ਆ ਇਸ ਕਲਰ ਨਾਲ ਵੀ ਮੱਥਾ ਲਾ ਕੇ ਦੇਖਦੇ ਆ ਬਾਪੂ ਦੇਖ ਬਰਾ ਅੱਜ ਇੱਕ ਧਾਗਾ ਟੁੱਟ ਚੱਲਿਆ ਦਮਕੇ ਦੀਆਂ ਪੱਕੀਆਂ ਡੋਰਾਂ ਦਾ ਪੁੱਛਦਾ ਹੈ ਕੌਣ ਸ਼ਹੀਦਾਂ ਨੂੰ ਸਾਰਾ ਹੀ ਲਾੜਾ ਚੋਰਾਂ ਦਾ ਅਸੀਂ ਭੁੱਖੜ ਪਾਣੇ ਰਹਿ ਕੇ ਵੀ ਇਸ ਦੇਸ਼ ਦੇ ਅੰਨ ਭੰਡਾਰ ਭਰੇ ਅਸੀਂ ਆਪ ਮਰੇ ਵਿੱਚ ਖੇਤਾਂ ਦੇ ਹੱਦਾਂ ਤੇ ਸਾਡੇ ਪੁੱਤ ਮਰੇ ਸ਼ੇਰਾਂ ਦਾ ਕਿਧਰੇ ਜ਼ਿਕਰ ਨਹੀਂ ਚਰਚਾ ਹੈ ਕਾਲੇ ਚੋਰਾਂ ਦਾ ਪੁੱਛਦਾ ਹੈ ਕੌਣ ਸ਼ਹੀਦਾਂ ਨੂੰ ਸਾਰਾ ਹੀ ਲਾੜਾ ਚੋਰਾਂ ਦਾ ਪੁੱਛਦਾ ਹੈ ਕੌਣ ਸ਼ਹੀਦਾਂ ਸਾਰਾ ਹੀ ਲਾੜਾ ਸਤਨਾਮ ਸਤਨਾਮ ਕੋਈ ਨਹੀਂ ਜਦੋਂ ਆਉਣਗੇ ਰੋਟੀ ਖਾ ਲਵਾਂਗੇ ਇਹਨਾਂ ਨਾਲ ਸਾਡੀ ਸਿਹਤ ਖਰਾਬ ਹੋ ਸਕਦੀ ਆ ਨਾਲੇ ਬਾਪੂ ਜੀ ਆਪਣੀ ਸਵੇਰ ਤੇ ਗਏ ਆ ਹਾਲੇ ਤੱਕ ਨਹੀਂ ਮੁੜੇ ਧੀਏ ਅਸੀਂ ਦੁੱਖ ਸੁੱਖ 'ਚ ਆਪਣੇ ਗੁਰੂਆਂ ਦਾ ਆਸਰਾ ਮੰਗਦੇ ਆ ਜੋ ਉਹਨਾਂ ਕਰਕੇ ਦਿਖਾਇਆ ਗਿਆ ਉਹ ਵੀ ਤਾਂ ਚੇਤੇ ਰੱਖਣਾ ਪਊ ਮੈਂ ਸਮਝੀ ਨਹੀਂ ਦੀ
ਮੁਸੀਬਤਾਂ ਚੱਲੀਆਂ ਟੱਬਰਾਂ ਤੋਂ ਦੂਰ ਰਹੇ ਆ ਮਜਾਲਾ ਕਿਸੇ ਕੋਈ ਛੱਡ ਕੇ ਗਿਆ ਹੋਵੇ ਮਜਾਲਾ ਕਿਸੇ ਨੇ ਮੱਥੇ ਵੱਟ ਪਾਇਆ ਹੋਵੇ ਬੀਜੀ ਉਹ ਗੁਰੂ ਸਨ ਤੇ ਆਪਾਂ ਦੁਨੀਆ ਦਾ ਉਹਨਾਂ ਵਰਗੇ ਕਿਵੇਂ ਬਣ ਸਕਦੇ ਆ ਫੇਰ ਤਾਂ ਉਹਨਾਂ ਦਾ ਕੀਤਾ ਜਾਈ ਗਿਆ ਦੇਖੀਏ ਮੇਰਾ ਹਜੂਰਾ ਪੁੱਤ ਦੇਸ਼ ਲਈ ਲੜਿਆ ਸੀ ਤੇ ਮੈਂ ਕਦੇ ਉਹਦਾ ਰਾਹ ਨਹੀਂ ਸੀ ਰੋਕਿਆ ਤੇ ਮੇਰਾ ਸਿਰ ਦਾ ਸਾਈ ਮੈਂ ਵੀ ਅੱਜ ਵੀ ਮੈਂ ਉਹਦੇ ਨਾਲ ਆ ਤੇ ਐਡਾ ਦਲੇਰ ਪੁੱਤ ਤੇਰੇ ਵਰਗੀ ਮਾਂ ਹੀ ਬਣ ਸਕਦੀ ਆ ਮੈਨੂੰ ਤਾਂ ਸਵੇਰ ਦਾ ਬਾਪੂ ਦਾ ਫਿਕਰ ਹੋ ਰਿਹਾ ਵਾ ਉਸ ਦਿਨ ਵੀ ਕਲਰਕ ਕੋਲੇ ਗਏ ਸੀ ਤੇ ਸਾਰੀ ਰਾਤ ਬਾਪੂ ਜੀ ਗਾਲਾਂ ਕੱਢਦੇ ਰਹੇ ਤੇ ਅੱਜ ਵੀ ਪਤਾ ਨਹੀਂ ਕਿੱਥੇ ਮਿਲੂਗੀ ਕਿ ਨਹੀਂ ਤੂੰ ਧੀਏ ਫਿਕਰ ਨਾ ਕਰ ਤੂੰ ਰੋਟੀ ਖਾ ਕੇ ਆਰਾਮ ਕਰ ਲੈ ਜਦੋਂ ਆਉਣਗੇ ਰੋਟੀ ਫੜਾ ਦੂੰਗੀ ਆਲੋ ਬੀਜੀ ਤੁਸੀਂ ਰੋਟੀ ਖਾ ਲਓ ਨਾ ਨਾ ਧੀਏ ਆ ਜਾ ਪੋ ਹਾਈ ਸ਼ਾਬਾਸ਼ ਭਈ ਕਿਵੇਂ ਸੱਸ ਨੂੰ ਕਿਉਂ ਖਿਚੜੀ ਹੋਈਆਂ ਪਈਆਂ ਭਈ ਸਦਕੇ ਜਾਵਾਂ ਅੱਜ ਤਾਂ ਧੀਏ ਤੇਰਾ ਬਾਪੂ ਚੰਗੇ ਰੋਜ਼ ਹੈ ਤੂੰ ਆ ਕਰ ਕਿਉਂ ਪਾ ਆਜਾ, ਆਜਾ। ਕੇ ਸੇਵੀਆਂ ਬਣਾ ਲਾ खुश क्यों ना हो सिमर को रे मेवा सियोने हत्ता मैदान जित लिया ਆ ਵਰਤੀਏ ਪਹਿਲਾਂ ਚਿੱਠੀ ਇਹਨੂੰ ਸਾਂਭ ਕੇ ਰੱਖ ਬਈ ਹੁਣ ਚਿੱਠੀ ਦਾ ਹੱਥ ਆਈ ਨਹੀਂ ਤਾਂ ਮੈਂ ਟੁੱਟਿਆ ਜਾ ਕਲਰਕ ਝੇਡਾ ਕਰਦਾ ਸੀ ਨਾ ਮਿਲ ਜੀ ਨੌਕਰੀ ਹੁਣ ਲੈ ਮੈਨੂੰ ਕਿਉਂ ਨਾ ਸਿਮਰ ਕਰੇ ਬਈ ਚੰਗੇ ਬੰਦਿਆਂ ਦਾ ਵੀ ਨਾਸਰੀ ਹੋਆ ਆ ਜਦੋਂ ਭਾਊ ਨੇ ਜਾ ਕੇ ਅਫਸਰ ਨੂੰ ਸਾਰੀ ਗੱਲ ਦੱਸੀ ਉਹ ਤਾਂ ਬਈ ਆਪਦੀ ਕੁਰਸੀ ਤੇ ਖੜਾ ਹੋ ਗਿਆ ਬਈ ਜਿੱਦਾਂ ਸਲੂਟ ਮਾਰਦੇ ਹੁੰਦੇ ਆ ਤੇ ਮੈਨੂੰ ਤੇ ਆ ਭਾਊ ਨੂੰ ਆਂਦਾ ਤੁਸੀਂ ਖੜੇ ਕਿਉਂ ਹੋ ਜੀ ਪਹਿਲਾਂ ਬੈਠੋ ਪਾਣੀ ਤਾਂ ਨਹੀਂ ਪੀਓ ਫੇਰ ਗੱਲ ਕਰਦੇ ਆ ਬਈ ਮੈਂ ਤਾਂ ਨਾ ਸਿਮਰ ਕਰੇ ਐ ਸੋਚਾਂ ਬਈ ਇਹ ਸੱਚੀ ਜ਼ਿਲ੍ਹੇ ਦਾ ਵੱਡਾ ਅਫਸਰ ਆ ਉਹ ਮੇਵਾ ਸਿਆ ਆਹੀ ਤਾਂ ਬਿਮਾਰੀ ਆ ਆਪਾਂ ਨੂੰ ਉਹ ਜਿਹੜਾ ਅਫਸਰੀ ਖੇਖਰ ਨਹੀਂ ਨਾ ਕਰਦਾ ਓਏ ਉਹਨੂੰ ਤਾਂ ਅਸੀਂ ਝੁੱਡੂ ਜਿਹਾ ਹੀ ਸਮਝਦੇ ਆ ਤੇ ਜਿਹੜਾ ਐਨਕਾਂ ਦੇ ਉੱਪਰ ਦੀ ਭੁਣੱਖਾ ਜਿਹਾ ਝਾਕਦਾ ਓਏ ਉਹਨੂੰ ਸਲਾਮਾਂ ਕਰਨੋਂ ਨਹੀਂ ਹਟਦੇ ਮੈਂ ਕਿਹਾ ਸਿਮਰਪੁਰੇ ਸਲਾਮਾਂ ਦੀਆਂ ਸਲਾਮਾਂ ਬਈ ਜਦੋਂ ਜਾ ਕੇ ਅਸੀਂ ਸਾਰੀ ਗੱਲ ਦੱਸੀ ਨਾ ਸਾਨੂੰ ਅਫਸਰਾਂ ਦਾ ਬਈ ਇਹ ਪਰਵੀਰ ਚੱਕਰ ਨਾ ਜਿਹੜਾ ਤੁਹਾਡੇ ਕੋਲੇ ਆ ਇਹ ਤਾਂ ਬਹੁਤ ਕੀਮਤੀ ਆ ਤੁਸੀਂ ਪਹਿਲਾਂ ਬੈਠੋ ਪਾਣੀ ਤਾਂ ਨਹੀਂ ਪੀਓ ਬਈ ਤੁਹਾਡੇ ਮੁੰਡੇ ਨੇ ਸਾਡੇ ਜ਼ਿਲ੍ਹੇ ਦਾ ਰੁਤਬਾ ਵੱਡਾ ਕੀਤਾ ਏ ਅੱਛਾ। ਬਈ ਪਹਿਲਾਂ ਸਾਨੂੰ ਉਹਨੇ ਬਿਠਾ ਕੇ ਸਾਨੂੰ ਉਹਨੇ ਥੱਲੇ ਉਹਨਾਂ ਮੇਜ਼ ਦੇ ਟੀ ਜੀ ਮਰੀਆ ਸਿਮਰਪੁਰੇ ਬਈ ਮੁੰਡਾ ਸਕਿੰਟਾਂ 'ਚ ਪਾਣੀ ਲੈ ਕੇ ਖੜਾ ਹੋ ਗਿਆ ਬਈ ਮੈਂ ਤਾਂ ਨਾ ਕਰਾਮਾ ਜੀ ਦੇਖ ਕੇ ਕੋਈ ਨਸ਼ਿਆ ਗਿਆ ਬਈ ਮੈਂ ਤਾਂ ਨਾ ਕਿਸੇ ਵੱਡੇ ਬੰਦੇ ਵਾਂਗਣਾ ਐ ਕੁਰਸੀ ਦੀ ਢੋ ਜੀ ਲਾ ਕੇ ਸਿੱਧਾ ਹੋ ਕੇ ਬੈਠ ਗਿਆ ਸਿਮਰਪੁਰੇ ਲੈ ਵੀ ਸਿਮਰ ਕੋਰੇ ਜੇ ਅੱਜ ਤੂੰ ਨਾਲ ਹੁੰਦੀ ਨਾ ਤੇ ਦੇਖਦੀ ਆਪਣੇ ਸਰਦਾਰ ਦੀ ਟੌਰ ਸਿਮਰਪੁਰੇ ਜਦੋਂ ਮੈਂ ਉਹਦੇ ਮੇਜ਼ ਦੇ ਸਾਹਮਣੇ ਰੱਖਤਾ ਨਾ ਪਰਵੀਰ ਚੱਕਰ ਉਹਨੇ ਤਾਂ ਜਾਣੀ ਮੱਥੇ ਨਾਲ ਲਾ ਲਿਆ ਵੀ ਜਿਵੇਂ ਆਪਾਂ ਗੁਰੂਆਂ ਪੀਰਾਂ ਨੂੰ ਨਿਭਦੇ ਹੁੰਨੇ ਆ ਤੇ ਸਾਨੂੰ ਉਹਦਾ ਸਰਦਾਰ ਮੇਵਾ ਸਿੰਘ ਜੀ ਇਹਨੂੰ ਸਾਂਭ ਕੇ ਰੱਖੋ ਇਹ ਬਹੁਤ ਕੀਮਤੀ ਹੈ ਭਈ ਕੇਰਾ ਤਾਂ ਸਾਰਾ ਕੁਝ ਦੇਖ ਕੇ ਨਾ ਸਿਮਰ ਕਰੇ ਭਈ ਲੱਜਣ ਜੀ ਆ ਗਈ ਗੱਲ ਸੁਣ ਇਹੋ ਜਿਹਾ ਅਫਸਰ 100 ਚੋਂ ਇੱਕ ਹੀ ਹੁੰਦਾ ਵਾ ਉਹ ਸਮੇਂ ਦੀ ਕਦਰ ਜਾਣਦਾ ਤੂੰ ਐ ਕਰੀ ਹੁਣ ਚਿੱਠੀ ਲੈ ਕੇ ਦਫ਼ਤਰ ਚੱਲ ਜੀ ਤੇ ਆਪਣੀ ਨੌਕਰੀ ਵਾਸਤੇ ਅਰਜ਼ੀ ਦੇ ਆਵੀਂ ਆਲੂ ਤਾਇਆ ਜੀ ਤੁਸੀਂ ਦੁੱਧ ਪੀਓ ਕਦ ਤੱਕ ਸੇਵੀਆਂ ਬਣ ਜਾਣਗੀਆਂ ਆ ਦੇਖ ਲੈ ਭਾਊ ਦੁੱਧ ਹੀ ਪੀਣਾ ਨਹੀਂ ਤਾਂ ਕੌੜਾ ਪਾਣੀ ਕੱਢ ਲਿਆ ਓਏ ਕਮਲਾ ਤਾਂ ਨਹੀਂ ਹੋ ਗਿਆ ਮੇਵਾ ਸਿਆ ਮਿੱਠਾ ਮੂੰਹ ਹੀ ਸਹੀਗਾ ਅੱਲਾ ਮਿੱਠੇ ਦੀ ਸੁਣ ਲਾ ਸਿਮਰ ਕਰੇ ਭਈ ਅਫਸਰ ਨੇ ਵੇਸਣ ਵਾਲੀ ਬਰਫੀ ਨਾ ਆ ਪਲੇਟਾਂ ਤੋਂ ਚੱਕ ਕੇ ਸਾਨੂੰ ਫੜਾਈ ਭਈ ਤੂੰ ਐ ਸਮਝ ਲਾ ਵੀ ਬਰਫੀ ਸਾਡੇ ਮੂੰਹ 'ਚ ਪਾਉਣ ਤੱਕ ਜਾਵੇ ਆ ਸਿਮਰ ਕਰੇ ਚਾਹ ਦੇਤਾ ਕੀ ਕਹਣੇ ਓਏ ਆ ਤੁਹਾਡੇ ਵਾਲੀ ਚਾਹ ਨਹੀਂ ਆ ਜਿਹਨੂੰ ਤੁਸੀਂ ਛੋਲ ਛੋਲ ਕੇ ਝੱਗ ਜੀ ਬਣਾ ਦਿੰਦੇ ਹੋ ਭਈ ਪਹਿਲਾਂ ਉਹਨੇ ਕੱਪਾਂ 'ਚ ਪਾਣੀ ਪਾਇਆ ਭਈ ਫੇਰ ਉਹਦੇ ਵਿੱਚ ਨਾ ਇੱਕ ਬੂਰਾ ਜਿਹਾ ਪਾਇਆ ਭਈ ਸਿਮਰ ਕੋਲੇ ਜਿਵੇਂ ਜਿਵੇਂ ਉਹ ਘੁਲੀ ਜਾਵੇ ਉਹ ਪਾਣੀ ਦਾ ਰੰਗ ਉਹ ਦੁੱਧ ਵਰਗਾ ਹੋਈ ਜਾਵੇ ਸਿਮਰ ਕੋਲੇ ਨਾ ਫੇਰ ਤਾਂ ਸਾਡੀ ਚਾਹ ਤੁਹਾਡੇ ਗਲੋਂ ਨਹੀਂ ਲੰਘਣੀ ਲੈ ਦੇਖ ਲੈ ਭਾਊ ਕਿਵੇਂ ਗੁੱਸੇ ਹੁੰਦੀ ਆ ਭਈ ਚਾਹ ਪੀ ਕੇ ਨਾ ਅਫਸਰ ਗੰਭੀਰ ਜਿਹਾ ਹੋ ਗਿਆ ਆ ਲੱਗਾ ਰਜਿਸਟਰ ਤੇ ਨਾਂ ਦਰਜ ਕਰਨ ਆਪਣੇ ਹਜੂਰੇ ਦਾ ਨਾਂ ਆ ਮਿੰਦੋਤੀ ਦਾ ਨਾਂ ਹਜੂਰੇ ਦੀ ਪਾਲਕਨ ਦਾ ਨਾਂ ਮੇਰਾ ਨਾਂ ਭਈ ਸਾਰਾ ਕੁਝ ਦਰਜ ਕਰਕੇ ਸਾਨੂੰ ਆਂਦਾ ਭਈ ਸਰਦਾਰ ਮੇਵਾ ਸਿੰਘ ਜੀ
ਆ ਤੁਸੀਂ ਬਾਹਰ ਬੈਠੋ ਮੈਂ ਕਾਗਜ਼ ਪੱਤਰ ਤਿਆਰ ਕਰਾਂ। ਉਹ ਭਾਈ ਸਿਆਣਾ ਅਫਸਰ ਆ, ਸਮੇਂ ਦੀ ਕਦਰ ਜਾਣਦਾ। ਹੁਣ ਕੱਲ ਚਿੱਠੀ ਪੱਤਰ ਲੈ ਕੇ ਦਫ਼ਤਰ ਟਾਈਮ ਨਾਲ ਪਹੁੰਚੀ ਤੇ ਆਪਣੀ ਅਰਜ਼ੀ ਦੇ ਆਵੀਂ। ਹੋਰ ਅਰਜ਼ੀ ਤੇ ਨਹੀਂ ਪੁੱਪੋ ਹੋਇਆ ਅਰਜ਼ੀ ਤਾਂ ਦੇਣੀ ਪਊਗੀ। ਇਹ ਤਾਂ ਉਹ ਆਂਦੇ ਹੁੰਦੇ ਆ ਜਿਹੜਾ ਸਰਕਾਰ ਨੇ ਐਲਾਨ ਕੀਤਾ ਸੀ ਨਾ ਉਹਦੇ ਤੇ ਮੋਹਰ ਲਾਉਣ ਵਾਲੀ ਆ। ਅਸਲ ਅਰਜ਼ੀ ਤਾਂ ਦੇਣੀ ਪਊਗੀ ਹੁਣ। ਹਾਂ ਚੰਗਾ ਮੈਂ ਚੱਲਦਾ। ਪਾਉ ਸੇਵੀਆਂ ਤਾਂ ਖਾਂਦਾ ਨਹੀਂ। ਉਹ ਨਹੀਂ ਭਾਈ ਟਾਈਮ ਵਾਹਵਾ ਹੋ ਗਿਆ, ਘਰੇ ਉਡੀਕਦੇ ਹੋਣਗੇ। ਚੰਗਾ ਭਾਈ। ਹਾਂ ਭਈਆ ਸਰਪੰਚ ਦਾ ਫੋਨ ਆ ਗਿਆ, ਇੱਕ ਮਿੰਟ ਮੈਂ ਸੁਣ ਲਾ। ਹਾਂਜੀ ਸਰਪੰਚ ਸਾਹਿਬ। ਹਾਂਜੀ ਮੈਂ ਮੇਵਾ ਸਿੰਘ ਕੋਲ ਹੀ ਆ। ਕਿਵੇਂ ਮਿੰਦੋ ਨੂੰ? ਪਰ ਕਿਉਂ? ਗੁਜ਼ਾਰਾ ਤਾਂ ਤੁਹਾਨੂੰ ਪਤਾ ਪਹਿਲਾਂ ਹੀ ਬੜਾ। ਠੀਕ ਹੈ ਸਰਪੰਚ ਸਾਹਿਬ ਕਹਿ ਦੇ। ਮੇਵਾ ਸਿੰਘ ਸਰਪੰਚ ਕਹਿੰਦਾ ਵੀ ਮੈਨੂੰ ਕੋਈ ਕੰਮ ਪੈ ਗਿਆ ਤੇ ਦਫ਼ਤਰ ਚ ਵਾਲੀਆ ਕਰਕੇ ਕੋਈ ਬੰਦਾ ਉਹਦੇ ਕੋਲੇ ਚਲੇ ਜਾਣ ਤੇ ਮੈਂ ਆਪੇ ਉਹਦਾ ਬਾਅਦ ਚ ਸਾਈਨ ਕਰ ਆਉਂਗਾ। ਚੱਲ ਕੋਈ ਨਾ ਮੈਂ ਨਾਲੂ ਵਾਲੀ ਨੂੰ। ਤੇ ਨਾਲੇ ਕਹਿੰਦਾ ਸੀ ਵੀ ਮਿੰਦੋ ਧੀ ਨੂੰ ਵੀ ਨਾਲ ਲੈ ਜੇ। ਹੈ ਮੈਂ ਜਰੂਗਾ ਤੂੰ ਸਮਝ ਤਾਂ ਮੈਨੂੰ ਵੀ ਨਹੀਂ ਆਈ, ਪਰ ਚਲ ਕੋਈ ਨਹੀਂ ਲੈ ਜਾ ਜੇ। ਨਾਲੇ ਕਹਿੰਦਾ ਸੀ ਵੀ ਥੋੜੇ ਬਹੁਤੇ ਪੈਸੇ ਜੇਬ ਚ ਪਾ ਲਿਆ ਜੇ, ਹੋ ਸਕਦਾ ਕਿਸੇ ਅਫਸਰ ਦਾ ਚਾਹ ਪਾਣੀ ਕਰਨਾ ਪਵੇ। ਨਾ ਪਾਉ ਆ ਕੀ ਗੱਲ ਹੋਈ ਭਾ? ਉਹ ਮੇਵਾ ਸਿਆ ਜਿਹੜੇ ਅੱਜ ਅਫਸਰ ਨੂੰ ਆਪਾਂ ਮਿਲ ਕੇ ਆਏ ਆ ਨਾ, ਇਹੋ ਜਿਹਾ ਅਫਸਰ ਲੱਖਾਂ ਚੋਂ ਇੱਕ ਹੁੰਦਾ ਏ। ਤੂੰ ਐ ਕਰੀ ਧਿਆਨ ਨਾਲ ਗੱਲ ਕਰੀ, ਪਰ ਆਪਾਂ ਕੰਮ ਕਢਾਉਣਾ ਤੇ ਆ ਤੇਜੀ ਅਰਜੀ ਉਹਨੂੰ ਆਰਾਮ ਨਾਲ ਗੱਲ ਕਰੀ। ਆਹੋ ਹਾਂ ਆ ਕੀ ਗੱਲ ਹੋਈ ਭਲਾ? ਆਖੇ ਪੈਸੇ ਲੈ ਕੇ ਤੇ ਕਿਉਂ ਕਰ ਤੂੰ ਪੁੱਤ ਬਣ ਕੇ ਰੜਵਾ ਲਾ, ਧਿਆਨ ਕਿਸੇ ਹੋਰ ਪਾਸੇ ਦਾ ਜਾਵੇ ਤਾਂ ਜੱਗੋ ਦੀ ਗੱਲ ਹੋਈ ਪਈ ਆ। ਅਗੇ ਪੈਸੇ ਲੈ ਕੇ ਭਾਰਤ ਦੀ ਕ੍ਰਿਕਟ ਟੀਮ ਵੱਲੋਂ ਪਾਕਿਸਤਾਨ ਨੂੰ ਕਰਾਰੀ ਹਾਰ ਦੇ ਉੱਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਵਧਾਈ ਸੰਦੇਸ਼ ਭੇਜਿਆ ਹੈ। ਸਰਕਾਰ ਨੇ ਹਰ ਖਿਡਾਰੀ ਨੂੰ 25 ਲੱਖ ਰੁਪਏ ਦਾ ਇਨਾਮ, ਇੱਕ ਰਹਿਸੀ ਮਕਾਨ ਦੇਣ ਦਾ ਐਲਾਨ ਕੀਤਾ ਹੈ। ਖੇਡ ਮੰਤਰੀ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਸੇ ਮਹੀਨੇ ਦੀ 15 ਤਰੀਕ ਨੂੰ ਇੱਕ ਸ਼ਾਨਦਾਰ ਸਮਾਗਮ ਰਚਾ ਕੇ ਇਹ ਇਨਾਮ ਨਗਦ ਦਿੱਤੇ ਜਾਣਗੇ। ਇਸ ਮੌਕੇ ਓਲੰਪਿਕ ਵਿੱਚ ਨਿਸ਼ਾਨੇਬਾਜ਼ੀ ਦਾ ਤਮਗਾ ਜਿੱਤਣ ਵਾਲੇ ਖਿਡਾਰੀ ਨੂੰ 1 ਕਰੋੜ ਦੀ ਥੈਲੀ ਭੇਟ ਕੀਤੀ ਜਾਵੇਗੀ। ਖਬਰਾਂ ਦਾ ਨਾ ਸਿਮਰਪੁਰੇ ਆ ਰੇਡੂਆ ਕਦੋਂ ਬੰਦ ਕਰਤਾ? ਤੈਨੂੰ ਪਤਾ ਨਹੀਂ ਉਹ ਸਰਕਾਰ ਜਾਣ ਹੋਈ ਪਈ ਆ ਖਿਡਾਰੀਆਂ ਨੂੰ, ਆ ਜਿਨ੍ਹਾਂ ਨੇ ਨਕਲੀ ਨਿਸ਼ਾਨੇ ਲਾਇਆ ਉਹਨਾਂ ਨੂੰ ਕਰੋੜਾਂ ਰੁਪਏ ਥੈਲੀ ਭੇਟ ਕਰ ਰਹੀ ਆ। ਆਪਣੇ ਜੂਰੇ ਪੁੱਤ ਨੇ ਤਾਂ ਅਸਲੀ ਬੰਦੂਕ ਦੇ ਨਾਲ ਅਸਲੀ ਗੋਲੀ ਮਾਰੀ ਸੀ। ਤੂੰ ਰੇਡੂਆ ਲਾ ਆਪਣਾ ਲਾਉਣ ਨਾ ਲੰਘ ਜੇ ਕਿਤੇ। ਲਾ ਰੇਡੂਆ ਛੇਤੀ ਛੇਤੀ ਲਾ ਛੇਤੀ ਲਿਆ ਮੈਨੂੰ ਫੜਾ ਲਿਆ ਫੜਾ। ਅੱਜ ਇੱਕ ਧਾਗਾ ਟੁੱਟ ਚੱਲਿਆ ਦਮਕੇ, ਰੋਜੇ ਕਹਿੰਦੇ ਸਨਮਾਨ ਝੂਠੇ ਕਰੇ ਸੱਚਿਆਂ ਦਾ ਹੁੰਦਾ ਪਮਾਨ। ਜਿਨ੍ਹਾਂ ਲਈ ਇੱਕ ਵਿੱਚ ਖਾਦੀਆਂ ਗੋਲੀਆਂ ਉਹੀ ਅੱਜ ਬੋਲਦੇ ਨੇ ਗਹਿਰਾਂ ਦੀਆਂ ਬੋਲੀਆਂ। ਕਰਦੇ ਮਖੌਲ ਨਾਲੇ ਮੰਗਦੇ ਨੇ ਵੱਡੀਆਂ, ਕਾਹਦਾ ਮੇਰਾ ਭਾਰਤ ਮਹਾਨ। ਉਹ ਫੌਜੀਆਂ ਦੇਸ਼ ਲਈ ਹੋਇਆ ਕੁਰਬਾਨ, ਉਹ ਫੌਜੀਆਂ ਦੇਸ਼ ਲਈ ਹੋਇਆ ਕੁਰਬਾਨ, ਦੇਸ਼ ਲਈ ਹੋਇਆ ਕੁਰਬਾਨ, ਉਹ ਫੌਜੀਆਂ ਦੇਸ਼ ਲਈ ਹੋਇਆ ਕੁਰਬਾਨ। ਸਤਿ ਸ਼੍ਰੀ ਅਕਾਲ ਜੀ। ਉਹ ਹਾਂਜੀ ਹਾਂਜੀ ਨੌਕਰੀ ਲਈ ਅਰਜ਼ੀ ਦੇਣੀ ਹੈ ਜੀ। ਨੌਕਰੀ ਲਈ ਅਰਜ਼ੀ ਦੇਣੀ ਆ। ਹਾਂਜੀ ਉਹ ਦੇਖ ਲਾ ਵੀ ਕੀਰਤੀ ਰਾਮਾ, ਉਹ ਸਰਕਾਰ ਜਿਹੜੇ ਪਹਿਲਾਂ ਲੱਗੇ ਨਾ ਉਹਨਾਂ ਨੂੰ ਕੱਢਣ ਨੂੰ ਫਿਰਦੀ ਆ ਤੇ ਆ ਬੁੱਢਾ ਰਿਟਾਇਰਮੈਂਟ ਦੀ ਉਮਰੇ ਨੌਕਰੀ ਭਾਲਦਾ। ਉਹ ਬਾਬਾ ਤੈਨੂੰ ਤਾਂ ਨੌਕਰੀ ਹੋਣੀ ਸ਼ਮਸ਼ਾਨ ਘਾਟ ਚ ਮਿਲੂ। ਉਹ ਬਾਬਾ
ਕਿਉਂ ਮਸ਼ਕਰੀਆਂ ਕਰਦਾ ਸਾਡੇ ਨਾਲ? ਓਏ ਮਸ਼ਕਰੀਆਂ ਤਾਂ ਤੁਸੀਂ ਕਰਦੇ ਹੋ ਸਭ, ਮੇਰੀ ਗੱਲ ਤਾਂ ਪੂਰੀ ਸੁਣੀ ਨਹੀਂ, ਆ ਪਹਿਲਾਂ ਹੀ ਡਿੱਤਰੀ ਢਹਿ ਪਏ। ਓ ਬਾਬਾ ਅਸੀਂ ਸਾਰਾ ਦਿਨ ਵਿੱਚ ਕਣਕ ਦਾ ਹੀ ਕਰਦੇ ਆ, ਨਾ ਜੇ ਬੰਦ ਕਰਨਾ ਹੌਸਲੇ ਕਿੱਡਾ ਕੁ ਬੈਲ ਹੈਗਾ, ਨਾ ਜੇ ਬੈਲ ਆ ਵੀ ਗਿਆ ਤੇ ਭੰਨ ਦਿੰਦੇ ਆ। ਉਹ ਮੇਰਾ ਮੁੰਡਾ ਫੌਜ 'ਚ ਸੀ ਤਾਂ ਹੁਣ ਘਰੇ ਆ ਕੇ ਬੈਠ ਗਿਆ ਹੋਣਾ, ਖੇਤੀ ਕਰਨ ਨੂੰ ਦਿਲ ਨਹੀਂ ਕਰਦਾ ਹੋਣਾ। ਉਹ ਗੱਲ ਸੁਣ ਬਾਬਾ, ਤੂੰ ਫੈਕਟਰੀ ਦੇਖ, ਫੈਕਟਰੀ ਕੋਈ ਜਾ ਕੇ। ਓ ਬਾਬਾ ਆਣਾ ਰਿਟਾਇਰ ਫੌਜੀਆਂ ਲਈ ਫੈਕਟਰੀ ਦੇ ਗੇਟਾਂ ਦੀ ਨੌਕਰੀਆਂ ਮਿਲਦੀਆਂ, ਆ ਗਿਆ ਮੂੰਹ ਚੱਕ ਕੇ ਸਰਕਾਰੀ ਦਫ਼ਤਰ। ਓਏ ਮੇਰੇ ਮੁੰਡੇ ਨੇ ਦੇਸ਼ ਦੀ ਖਾਤਰ ਸ਼ਹੀਦੀ ਦਿੱਤੀ ਹੈ, ਐਵੇਂ ਨਹੀਂ ਆ ਗਿਆ ਮੂੰਹ ਚੱਕ ਕੇ। ਮੈਂ ਸਰਕਾਰ ਨੇ ਆਪ ਐਲਾਨ ਕੀਤਾ ਸੀ ਕਿ ਉਹਦੇ ਘਰ ਵਾਲੀ ਨੂੰ ਨੌਕਰੀ ਮਿਲੂਗੀ, ਉਹਦੇ ਲਈ ਅਰਜ਼ੀ ਦੇਣਾ ਹੈ ਮੈਂ। ਨਾ ਬਾਬਾ ਕੋਈ ਚਿੱਠੀ ਪੱਤਰ ਹੈ? ਹਾਂਜੀ ਹੈਗੀ ਆ, ਹਲੋ। ਓਏ ਆ ਕੀ ਆ ਨਾਲ? ਇਹਦੀ ਪਰਵੀਰ ਚੱਕਰ ਹੈ ਜੀ। ਉਹ ਪਰੇ ਕਰ ਟੰਗਾ ਜਾ, ਅਬੇ ਨੱਕ ਮੂੰਹ ਤੇ ਮਾਰੇਗਾ। ਉਹ ਦੇਖ ਕੀਤੀ ਆਵਾ ਚਿੱਠੀ ਸਹੀ ਵੀ ਆ ਕਿਵੇਂ ਨਕਲੀ ਜਿਹੀ ਲਈ ਫਿਰਦਾ। ਸਾਬਾ ਤੇ ਦੇਖਣ ਨੂੰ ਤਾਂ ਨਕਲੀ ਜੀ ਲੱਗਦੀ ਆ, ਇਹਦੀ ਤੁਸੀਂ ਆਪ ਹੀ ਦੇਖ ਲਓ। ਜ਼ਿਲ੍ਹੇ ਦੇ ਵੱਡੇ ਅਫਸਰ ਨੇ ਆਪ ਦਸਤਖਤ ਕਰਕੇ ਦਿੱਤੀ ਆ ਜੀ। ਨਾ ਜਿਹਨੇ ਚਿੱਠੀ ਜਿਹਨੇ ਨੌਕਰੀ ਲੈਣੀ ਉਹ ਕਿੱਥੇ ਆ? ਉਹ ਜੀ ਉਹ ਬਾਹਰ ਬੈਠੀ ਹੈ ਜੀ, ਉਹ ਤੁਸੀਂ ਫੈਲ ਤਿਆਰ ਕਰੋ ਜੀ, ਅਜੇ ਉਹ ਦਸਤਖਤ ਕਰਨੇ ਹੋਣਗੇ ਉਹ ਵੀ ਆ ਜਾਂਦੀ ਹੈ ਜੀ। ਅੱਛਾ ਤੇ ਉਹ ਡੀਸੀ ਲੱਗੀ ਆ, ਜਦੋਂ ਦਸਤਖਤ ਕਰਨੇ ਹੋਣਗੇ ਆ ਜਾਊ, ਚੱਕ ਕੇ ਮੂੰਹ ਆ ਜਾਂਦੇ ਆ। ਬੁਲਾਓ ਕਿੱਥੇ ਉਹਨੂੰ? ਮੈਂ ਬੁਲਾਉਣਾ ਜੀ, ਮੈਂ ਬੁਲਾਉਣਾ ਜੀ। ਉਹ ਗੱਲ ਸੁਣ ਕੀਰਤੀ ਰਾਮਾ, ਇਹਨਾਂ ਦੇ ਪਿੰਡ ਦੇ ਸਰਪੰਚ ਦਾ ਫੋਨ ਆਇਆ ਸੀ ਤੇ ਕਹਿੰਦਾ ਸੀ ਜਿੰਨਾ ਕਮਾਲ ਝੜਦਾ ਝਾੜ ਲਿਓ। ਉਹ ਤਾਹੀ ਵਾਲਿਆ ਸਾਹਿਬ ਆ ਬੁੜੇ ਨੂੰ ਪੈਰਾਂ ਚੋਂ ਕੱਢਣ ਲੱਗੇ ਪਏ ਸੀ। ਓਏ ਹੋਰ ਕੀ, ਆਉਂਦੇ ਹੀ ਅਗਲੇ ਦੀ ਹਵਾ ਜੀ ਕੱਢ ਦਿਓ, ਆਪੇ ਅਗਲਾ ਲੇੜੀਆਂ ਕੱਢਦਾ ਫਿਰੂ। ਤੇ ਨਾਲੇ ਤੂੰ ਕੰਮ ਕਰਾ ਦਿਓ ਜੀ, ਜਿਵੇਂ ਕਹੋਗੇ ਕਰ ਲਾਂਗੇ। ਵਾਲਿਆ ਸਾਹਿਬ ਉਹਨੂੰ ਅੰਦਰ ਕਿਉਂ ਬੁਲਾਇਆ? ਉਹ ਜਿਵੇਂ ਕਹੋਗੇ ਕਰ ਲਾਂਗੇ। ਆ ਜਾਂਦੀ ਹੈ, ਆ ਜਾ। ਹਾਂਜੀ ਭਾਜੀ ਆ ਗਈ। ਬੈਠੋ ਬੈਠੋ, ਸਤਿ ਸ਼੍ਰੀ ਅਕਾਲ। ਹਾਂਜੀ ਉਹ ਬਾਬਾ ਤੈਨੂੰ ਬੈਠਣ ਨੂੰ ਨਹੀਂ ਕਿਹਾ, ਇਹਨੇ ਨੌਕਰੀ ਲੈਣੀ ਆ ਉਹਨੂੰ ਬੈਠਣ ਨੂੰ ਕਿਹਾ। ਕੋਈ ਨਾ ਬਾਪੂ ਜੀ, ਤੁਸੀਂ ਆਰਾਮ ਨਾਲ ਬੈਠੋ। ਲੈ ਹੈ ਕਮਲੀ, ਨਾ ਬਾਪੂ ਨੇ ਬੈਠ ਕੇ ਤਹਿਸੀਲਦਾਰੀ ਕਰਨੀ ਆ। ਉਹ ਸਾਰੀ ਉਮਰ ਵੱਟਾਂ ਬੰਨਿਆ ਤੇ ਬੈਠਾ ਹੀ ਠੀਕ ਆ, ਤੇ ਨਾਲੇ ਭਾਈ ਤੂੰ ਨੌਕਰੀ ਕਰਨੀ ਆ, ਤੈਨੂੰ ਤਾਂ ਬਹਿਣਾ ਹੀ ਪੈਣਾ। ਹਾਂਜੀ ਕਾਗਜ਼ ਪੱਤਰ ਦੱਸੋ ਜੀ, ਤਿਆਰ ਕਰਨਾ ਤਾਂ ਕੋਈ। ਉਹ ਕੀਰਤੀ ਰਾਮਾ ਕਿਉਂ ਕਰ, ਸਰਦਾਰ ਜੀ ਨੂੰ ਨਾਲ ਲੈ ਜਾ ਤੇ ਐਫੀਡੇਵਿਟ ਤਿਆਰ ਕਰਵਾ, ਤੇ ਮੈਂ ਉਨੀ ਦੇਰ ਕੈਂਡੀਡੇਟ ਦੀ ਕੁਆਲੀਫਿਕੇਸ਼ਨ ਚੈੱਕ ਕਰਨਾ। ਚਲੋ ਠੀਕ ਹੈ ਜੀ, ਆਇਆ ਫਿਰ ਬਾਬਾ। ਹਾਂਜੀ ਪੈਸੇ ਹੈਗੇ ਨਾ ਕੋਲੇ? ਹਾਂਜੀ ਹਾਂਜੀ ਹੈਗੇ ਆ ਜੀ। ਕਿੰਨੇ ਕੁ ਲੱਗਣਗੇ ਜੀ? ਉਹ ਬਾਈ ਜਿੰਨੇ ਅਗਲਾ ਮੰਗੀ ਜਾ ਕੱਢ ਕੇ ਦੇ ਚੱਲੀ, ਆ ਜਾ। ਠੀਕ ਹੈ ਜੀ। ਉਹ ਫਿਕਰ ਨਾ ਕਰ ਬਾਬਾ, ਉਹ ਤੇਰੇ ਪਿੰਡ ਦੇ ਸਰਪੰਚ ਦਾ ਫੋਨ ਆ ਗਿਆ ਸੀ ਤੇ ਤੇਰਾ ਕੰਮ ਹੋ ਜਾਊਗਾ। ਅੱਛਾ ਤਾਂ ਵਾਲੀਆ ਸਾਹਿਬ ਤੁਸੀਂ ਹੋ? ਓਏ ਆ ਜਾ ਬਾਬਾ, ਤੇ ਵਾਲੀਆ ਸਾਹਿਬ ਨੂੰ ਜੱਫੀ ਪਏਗਾ, ਆ ਜਾ। ਚੰਗਾ ਧੀਏ ਤੂੰ ਬੈਠ, ਮੈਂ ਕਾਗਜ਼ ਤਿਆਰ ਕਰਾਣਾ। ਬੈਠ ਜੀ, ਇਹਦੀ ਨੀਅਤ ਮਾੜੀ ਦੱਸਦੀ ਆ ਮੈਨੂੰ, ਦੋਨੋਂ ਕੱਲੀ ਨਾ ਛੱਡ ਕੇ ਜਾਇਓ। ਬੈਠ ਭਾਈ ਬੀਬਾ। ਦੇਖੀ ਮਿੰਦੋ, ਦੇਖ ਭਾਈ, ਗੱਲਾਂ ਜਨਾ ਜੀ। ਦੇਖ ਭਾਈ ਬੀਬਾ, ਘਰੋਂ ਨਿਕਲ ਕੇ ਨੌਕਰੀ ਕਰਨੀ ਆ, ਤੇ ਜੇ ਇੰਜੀ ਸੰਘੇ ਸੰਘਾਏਂਗੀ ਤਾਂ ਫਿਰ ਕੰਮ ਕਿਵੇਂ ਚੱਲੂਗਾ? ਮੇਰੀਆਂ 12 ਜਮਾਤਾਂ ਪਾਸ ਆ ਤੇ ਹਿਸਾਬ ਕਿਤਾਬ ਮੈਨੂੰ ਪੂਰਾ ਆਉਂਦਾ ਹੈ। ਬਸ ਆਹੀ ਹਿਸਾਬ ਕਿਤਾਬ ਜਦੋਂ ਤੈਨੂੰ ਆ ਗਿਆ ਤੇ ਸਮਝ ਲਾ ਤੇਰੀਆਂ 12 ਤੇ ਤੇਰੇ ਦੋਨੇ ਹੱਥਾਂ 'ਚ ਲੱਡੂ ਹੋਣਗੇ। ਮੈਂ ਸਮਝੀ ਨਹੀਂ। ਨੇੜੇ ਸਮਝ, ਇਹ ਕਿੱਥੋਂ ਬੋਲਦਾ ਹੈ? ਜਾ ਘਰੇ ਜਾ ਮਿੰਦੋ। ਦੇਖ ਭਾਈ ਬੀਬਾ, ਫੌਜੀ ਤਾਂ ਤੇਰਾ ਮਾਰਿਆ ਗਿਆ ਤੇ ਤੇਰੀ ਬਾਹ ਫੜਨ ਵਾਲਾ ਵੀ ਹੁਣ ਕੋਈ ਨਹੀਂ ਰਹਿ ਗਿਆ। ਨਾਲੇ ਤੈਨੂੰ ਸਰਕਾਰ ਤਨਖਾਹ ਦੇਊਗੀ ਤੇ ਨਾਲੇ ਤੈਨੂੰ ਸਾਥ ਮਿਲੂਗਾ। ਵਾਲੀਆ ਸਾਹਿਬ, ਵਾਲੀਆ ਸਾਹਿਬ, ਆ ਦੱਸਿਆ ਕਿ ਕਸਾਈ ਖਾਨਾ ਜੀ। ਉਹ ਮੈਂ ਤਾਂ ਜੀ ਬੀਬੀ ਭੈਣ ਨੂੰ ਸਮਝਾ ਰਿਹਾ ਸੀ ਕਿਵੇਂ ਕੰਮ ਕਰਨਾ ਜੀ। ਉਹ ਜਿਹੜਾ ਕਿਹੜਾ ਦੇਖੋ ਮੂੰਹ ਕੀ ਬੈਠਾ ਜੀ, ਆ ਟੈਪ ਕਰਨਾ ਜੀ, ਆ ਦਿਓ 100 ਰੁਪਇਆ, ਆ ਦਸਤਖਤ ਕਰਨਾ ਜੀ, ਆ ਦਿਓ 500 ਰੁਪਇਆ। 10 ਮਿੰਟਾਂ 'ਚ ਮੇਰੀ ਜੇਬ ਖਾਲੀ ਕਰਤੀ ਜੀ। ਉਹ ਕੀਰਤੀ ਰਾਮਾ,
और तेनू क्या सी यार अपने सरपंच साहब दा खास बंदा खास ਉਹ ਅਗਲਾ ਸਮਝਦੇ ਜੀ ਅਗਲਾ ਕਹਿੰਦਾ ਤੁਹਾਡਾ ਤਾਂ ਹਰੇਕ ਹੀ ਖਾਸ ਆ ਉਹ ਦੇਸ਼ ਤੋਂ ਜਾਨ ਮਾਰਨ ਵਾਲੇ ਫੌਜੀ ਦੀ ਘਰ ਵਾਲੀ ਦਾ ਕੇਸ ਹੈ ਇਸ ਤੋਂ ਖਾਸ ਹੋਰ ਕੀ ਹੋ ਸਕਦਾ ਉਹ ਗੱਲ ਸੁਣ ਬਾਬਾ ਆ 2-3 ਦਿਨਾਂ ਵਿੱਚ ਤੇ ਫਾਈਲ ਤਿਆਰ ਹੋ ਜੂਗੀ ਤੇ ਤੇਰਾ ਕੰਮ ਹੋ ਜੂਗਾ ਚੰਗਾ ਜੀ ਠੀਕ ਆ ਜੀ ਚਲਦੀ ਤੇ ਨਾਲੇ ਇੱਕ ਗੱਲ ਹੋਰ ਉਹ ਸਾਡਾ ਜਿਹੜਾ ਉੱਪਰ ਵਾਲਾ ਅਫਸਰ ਹੈ ਨਾ ਬੜਾ ਲਾਲਚੀ ਆ ਉਹ ਤੇ ਉਹਦਾ ਕੁਛ ਨਾ ਕੁਛ ਕਰਨਾ ਪਊਗਾ ਮੈਂ ਸਮਝਿਆ ਨਹੀਂ ਜੀ ਉਹ ਸਮਝਾ ਕੀਰਤੀ ਰਾਮਾ ਯਾਰ ਉਹ ਬਈ 20,000 ਚ ਗੱਲ ਬਣ ਜੂ ਉਹ ਵੀ ਆਪਣੇ ਵਾਲੀਆ ਸਾਹਿਬ ਕਰਕੇ ਨਾ 20,000 ਕਹਦਾ ਓਏ ਆ ਇੰਨੇ ਨਾ ਕੀ ਕਹਿ ਲੱਗੇ ਬਾਬਾ ਬੋਲ ਜਦੋਂ ਆਪਣੇ ਦਰਬਾਰ ਚ ਐਲਾਨ ਕੀਤਾ ਸੀ ਨਾ ਉਦੋਂ ਇਹ ਗੱਲਾਂ ਨਹੀਂ ਸੀ ਹੁੰਦੀਆਂ ਉਹ ਕਮਲਾ ਨਾ ਬਣ ਬਾਬਾ ਕਮਲਾ ਨਾ ਬਣ ਚਾਂਦੀ ਦੀ ਜੁੱਤੀ ਪਾਏ ਬਿਨਾ ਤੇ ਗੱਲ ਅੱਗੇ ਨਹੀਂ ਤੁਰਨੀ ਉਹ ਬਾਬਾ ਆਹੋ ਇਹ ਲੀਡਰ ਹਜ਼ਾਰ ਐਲਾਨ ਕਰਕੇ ਜਾਂਦੇ ਆ ਭਲਾ ਕਿਹਨੂੰ ਫੜੋਗੇ ਹੈ ਨਾਲੇ ਇਹ ਕੱਲ ਰੇਡੂਏ ਤੇ ਸਰਕਾਰ ਨੇ ਆ ਕਰੋੜਾਂ ਰੁਪਏ ਦਿੱਤੇ ਖਿਡਾਰੀਆਂ ਨੂੰ ਓਏ ਉਹ ਵੀ ਸਾਡੇ ਵਾਂਗੂ ਇਹ ਦਫ਼ਤਰਾਂ 'ਚ ਹੋਣਗੇ ਉਹ ਬਾਬਾ ਉਹਨਾਂ ਨਾਲ ਭਲਾ ਤੇਰਾ ਕੀ ਮੁਕਾਬਲਾ ਉਹ ਗੱਲ ਸੁਣ ਬਾਬਾ ਉਹਨਾਂ ਨਾਲ ਤੇਰਾ ਕੀ ਮੁਕਾਬਲਾ ਭਲਾ ਉਹ ਦੇਸ਼ ਦੇ ਸਟਾਰ ਆ ਸਟਾਰ ਮੈਂ ਵੀ ਦੇਸ਼ ਦਾ ਸਟਾਰ ਹਾਂ ਉਹ ਬਾਬਾ ਅਗਲੇ ਸੈਂਟਰ ਨਾਲ ਮਾਰ ਦਿਆ ਤੇ ਵਿਰੋਧੀ ਨੂੰ ਗੋਲ ਕਰਕੇ ਰੱਖ ਦਿੰਦੇ ਆ ਉਹ ਸਾਰਾ ਮੁਲਕ ਨਾ ਟੀਵੀ ਤੇ ਮੂਹਰੇ ਬੈਠਾ ਹੁੰਦਾ ਅੱਖਾਂ ਅੱਡੀ ਤੇ ਉਹਨਾਂ ਦੀ ਜਿੱਤ ਦੀਆਂ ਦੁਆਵਾਂ ਕਰਦਾ ਹੁੰਦਾ ਅਸੀਂ ਵੀ ਦੁਸ਼ਮਣ ਨੂੰ ਕਲੀਨ ਬੋਲਡ ਕੀਤਾ ਸੀ ਮੈਂ ਹਿੰਮਤ ਕਰਕੇ ਉਸ ਲੁਟੈਨ ਨੂੰ ਨਾ ਮਾਰਦਾ ਉਸਨੇ ਫੌਜ ਦੇ ਆਹੂ ਲਾ ਦੇਣੇ ਸੀ ਜਦੋਂ ਅਸੀਂ ਬਰਫ਼ ਦੀਆਂ ਟੀਸੀਆਂ ਤੇ ਬੰਦੂਕਾਂ ਲੈ ਕੇ ਖੜੇ ਹੁੰਨੇ ਆ ਸਾਰਾ ਮੁਲਕ ਟੀਵੀ ਅੱਗੇ ਨਜ਼ਰਾਂ ਗੱਡ ਕੇ ਬਹਿੰਦਾ ਏ ਤੇ ਦੁਆਵਾਂ ਕਰਦਾ ਏ ਕਿ ਸਾਡੀ ਜਿੱਤ ਹੋਵੇ ਤੇ ਉਹਨਾਂ ਨੂੰ ਕੋਈ ਖਤਰਾ ਨਾ ਹੋਵੇ ਅਸੀਂ ਸਟਾਰ ਹਾਂ ਮੁਲਕ ਦੇ ਸਟਾਰ ਮੈਂ 20,000 ਕਿੱਥੋਂ ਲੈ ਕੇ ਆਵਾਂ ਮੈਂ ਕੁਝ ਕੰਮ ਕਰਾਂਗਾ ਮੈਂ ਵੱਡੇ ਅਫਸਰ ਕੋਲ ਜਾਵਾਂਗਾ ਮੈਂ ਉੱਪਰ ਸ਼ਿਕਾਇਤ ਕਰਾਂਗਾ ਚਲਦੀ ਹੈ ਉਹ ਗੱਲ ਸੁਣ ਸਰਦਾਰਾ ਘਰੇ ਜਾ ਕੇ ਠੰਡੇ ਦਿਮਾਗ ਨਾਲ ਸੋਚੀ ਠੰਡੇ ਨਾਲ ਤੇ 20,000 ਰੁਪਇਆ ਦੇ ਕੇ ਕੁੜੀ ਨੂੰ ਭੇਜਦੀ ਉਹਦੇ ਨਾਲ ਇੱਕ ਗੱਲ ਹੋਰ ਸੁਣ ਲਾ ਐਵੇਂ ਨਾ ਲੱਤਾਂ ਘੜੀਸਦਾ ਨਾਲ ਨਾ ਤੁਰਿਆ ਫਰੀ ਅਸੀਂ ਦੇਸ਼ ਦੀ ਇੱਜ਼ਤ ਦਾ ਰਖਿਆ ਹੋਇਆ ਉਹ ਸਾਡੀਆਂ ਇੱਜ਼ਤਾਂ ਦੀ ਰਾਖੀ ਕੌਣ ਕਰੂ ਚਲਦੀ ਹੈ ਕੀ ਕਮਗੇ ਤਾਂ ਮੁੱਲ ਪਾਉਣਗੇ ਇਹਨਾਂ ਨੂੰ ਨਾ ਸ਼ਰਮ ਹਿਆ ਇਹ ਤਾਂ ਚੰਦ ਤੋਂ ਟਕਿਆ ਵਾਸਤੇ ਦਿੰਦੇ ਮੁਲਕ ਨੂੰ ਗਹਿਣੇ ਪਾ ਛੱਡ ਧੱਕੇ ਖਾਣੇ ਦਫ਼ਤਰੀ ਛੱਡ ਧੱਕੇ ਖਾਣੇ ਦਫ਼ਤਰੀ ਕੋਈ ਹੋਰ ਤੂੰ ਸੋਚ ਪਾ ਕਰਤਾ ਕਿਤੇ ਇਕੱਠੀ ਆਪਣੀ ਕਰਤਾ ਕਿਤੇ ਇਕੱਠੀ ਆਪਣੀ ਕੋਈ ਸ਼ਕਤੀ ਨਵੀਂ ਜਗਾ ਕੋਈ ਸ਼ਕਤੀ ਨਵੀਂ ਜਗਾ ਲੋਕਾਂ ਦੀ ਸ਼ਕਤੀ ਮੈਂ ਇਸ ਧਮਕੀ ਦਾ ਮੁੱਲ ਪਵਾ ਕੇ ਰਵਾਂਗਾ ਮੈਂ ਇਹਨੂੰ ਕਿਸੇ ਸ਼ਾਹੂਕਾਰ ਕੋਲੇ ਗਹਿਣੇ ਧਰ ਦਾਂਗਾ ਉਹ ਬਾਬਾ ਕਿੱਧਰ ਨੂੰ ਚੱਕਿਆ ਮੈਂ ਜੀ ਅਫਸਰ ਨੂੰ ਮਿਲਣਾ ਜੀ ਮੈਂ ਨੌਕਰੀ ਦੀ ਗੱਲ ਕਰਨੀ ਹੈ ਜੀ ਨੂੰ ਬਾਰੇ ਉਹ ਬਾਬਾ ਵੱਡੇ ਅਫਸਰ ਦੀ ਉਹਨੇ ਬਦਲੀ ਕਰਾਤੀ ਤੇ ਨਵਾਂ ਹੀ ਆਇਆ ਨਹੀਂ ਫਿਰ ਮੈਂ ਆਪਦੀ ਫਰਿਆਦ ਲਾ ਕੇ ਕਿੱਥੇ ਜਾਵਾਂ ਜੀ ਉਹ ਬਾਬਾ ਮੈਨੂੰ ਕੀ ਪਤਾ ਆਪ ਜੀ ਆਪਣੇ ਨੂੰ ਰਹਿਣਾ ਮੰਤਰੀ ਸਾਹਿਬ ਮੇਰੀ ਨੂੰਹ ਦੀ ਨੌਕਰੀ ਦਾ ਕੰਮ ਅੜਿਆ ਹੋਇਆ ਜੀ ਸਿਫਾਰਿਸ਼ ਕਰਦੇ ਜੀ ਦੇਖ ਭਾਈ ਹੁਣ ਮੇਰੀ ਬੈਕ 'ਚ ਪੇਨ ਪ੍ਰੋਬਲਮ ਆ ਪੈਨ ਤਾਂ ਹੈ ਨਹੀਂ ਜੀ ਮੇਰੇ ਕੋਲ ਓਏ ਯਾਰ ਮੇਰੀ ਢੂਹੀ ਦਰਦ ਕਰਦੀ ਆ ਮੈਂ ਕੱਲ ਨੂੰ ਅਮਰੀਕਾ ਚੱਲਿਆ ਉਹਦਾ ਇਲਾਜ ਕਰਾਉਣ 4 ਮਹੀਨਾ ਬਾਅਦ ਆਈ ਦੇਖ ਲਓ ਜੀ ਮੈਂ ਮਸਾਂ ਹੀ ਤੁਹਾਡੇ ਗਾਰਡਾਂ ਦੀਆਂ ਮਿਹਨਤਾਂ ਕਰਕੇ ਤੁਹਾਡੇ ਤੱਕ ਪਹੁੰਚਿਆ ਜੀ ਤੁਸੀਂ ਮੇਰੇ ਪਰਿਵਾਰ ਨੂੰ ਸਹਾਰਾ ਮਿਲ ਜਾਓ ਜੀ ਤੁਸੀਂ ਸਿਫਾਰਿਸ਼ ਕਰ ਦਿਓ ਜੀ ਭਾਈ ਹੁਣ ਇਹ ਵੋਟਾਂ ਇਹਨਾਂ ਦਿਨਾਂ ਸਾਡੇ ਹੱਥ ਹੁੰਦੇ ਆ ਤੂੰ ਜੱਟ ਤੋਂ ਬਾਹਰ ਆਈ ਜਦੋਂ ਵੋਟਾਂ ਲੈਣ ਆਏ ਸੀ ਉਹ ਬਾਬਾ ਤੂੰ ਹਲੇ ਇੱਥੇ ਤੁਰਿਆ ਫਿਰਦਾ ਉਹ ਤੈਨੂੰ ਕੀ ਕਿਹਾ ਸੀਗਾ ਮੈਂ ਆਪਦੀ ਫਰਿਆਦ ਲੈ ਕੇ ਕਿਹਦੇ ਕੋਲ ਜਾਵਾਂ ਮੇਰੇ ਮੁੰਡੇ ਨੇ ਦੇਸ਼ ਦੀ ਖਾਤਰ ਸ਼ਹੀਦੀ ਦਿੱਤੀ ਆ ਮੈਂ ਬਾਬਾ
ਉਹ ਮੰਤਰੀ ਸਾਹਿਬ ਦੀ ਅੰਦਰ ਮੀਟਿੰਗ ਚੱਲਦੀ ਹੈ ਉਹ ਤੇਰਾ ਦਿਮਾਗ ਤਾਂ ਠੀਕ ਆ ਉਹਨਾਂ ਕੋਲੇ ਕਿੱਥੇ ਆ ਤੇਰੇ ਵਰਗੇ ਟਾਈਮ ਮੇਰੇ ਵਰਗਾ ਦਾ ਮਤਲਬ ਓਏ ਮੇਰੇ ਮੁੰਡੇ ਨੇ ਪਰਵੀਰ ਚੱਕਰ ਜਿੱਤਿਆ। ਓਏ ਬਾਬਾ ਓਏ ਇਹ ਪਤਾ ਨਹੀਂ ਕਿਹਦਾ ਚੋਰੀ ਕਰਕੇ ਲਿਆ ਲੱਗਦਾ ਤੂੰ ਸਿੱਖਾਂ ਦੇ ਪਿੱਛੇ ਹੋਣਾ ਵਾ ਇਹ ਮੇਰੇ ਮੁੰਡੇ ਨੇ ਜੰਗ ਜਿੱਤਿਆ। ਇਹ ਚੋਰੀ ਨਹੀਂ ਕੀਤਾ ਮੈਂ। ਇਹ ਮੇਰੇ ਮੁੰਡੇ ਨੇ ਜੰਗ ਜਿੱਤਿਆ। ਇਹ ਬਹੁਤ ਕੀਮਤੀ ਆ। ਇਹ ਹੀਰਿਆਂ ਤੋਂ ਵੀ ਵੱਧ ਕੀਮਤੀ ਆ। ਇਹਦਾ ਮੈਂ ਮੁੱਲ ਪਵਾ ਕੇ ਰਹੂੰਗਾ। ਓਏ ਬਾਬਾ ਕੰਮ ਕਰ ਆਉਂਦਾ ਓਏ ਇਹੋ ਜਿਹੇ ਬਥੇਰੇ ਸ਼ੀਤਰਾ ਫਿਰਦੇ ਆ ਹਾਂ ਮੈਂ ਚੈਨ ਨਾਲ ਨਹੀਂ ਬੈਠਾਂਗਾ। ਮੈਂ ਇਸ ਧਮਕੇ ਦਾ ਮੁੱਲ ਪਵਾ ਕੇ ਹਟਾਂਗਾ। ਮੈਂ ਇਸ ਧਮਕੇ ਦਾ ਮੁੱਲ ਪਵਾ ਕੇ ਹਟਾਂਗਾ। ਮੈਨੂੰ ਮੇਰੀ ਬੋਲੀ ਲਏਗਾ ਤੂੰ ਮੈਂ ਕੀ ਕਰਾਂ? ਮੈਨੂੰ ਕਿਤੇ ਖਰੀਦ ਲਵੇ ਕੋਈ। ਮੈਂ ਆਪ ਵਿਕ ਜਾ। ਮੈਨੂੰ ਸ਼ਾਹੂਕਾਰ ਕੋਲੇ ਗਹਿਣੇ ਧਰ ਦਾਂਗਾ। ਮੈਨੂੰ ਸ਼ਾਹੂਕਾਰ ਕੋਲੇ ਗਹਿਣੇ ਧਰ ਦਾਂਗਾ। ਹਾਂ ਮੈਨੂੰ ਸ਼ਾਹੂਕਾਰ ਕੋਲੇ ਗਹਿਣੇ ਧਰ ਦਾਂਗਾ। ਮੈਨੂੰ ਸ਼ਾਹੂਕਾਰ ਕੋਲੇ ਗਹਿਣੇ ਧਰ ਦਾਂਗਾ। ਉਹ ਤਮਗਾ ਚੁੱਕੀ ਘੁੰਮ ਰਿਹਾ ਉਹਦੀ ਕਿਸੇ ਲਈ ਭਾਈ ਸਾਹਿਬ ਨਾ ਭਾਈ ਸਾਹਿਬ ਤਮਗਾ ਲਾ ਲਓ। ਭਾਈ ਸਾਹਿਬ ਭਾਈ ਸਾਹਿਬ ਤਮਗਾ ਲਾ ਲਓ। ਭਾਈ ਸਾਹਿਬ ਭਾਈ ਸਾਹਿਬ ਭਾਈ ਸਾਹਿਬ ਭਾਈ ਸਾਹਿਬ ਤਮਗਾ ਲਾ ਲਓ। ਭਾਈ ਸਾਹਿਬ ਭਾਈ ਸਾਹਿਬ ਇਹ ਬਹੁਤ ਕੀਮਤੀ ਹੈ। ਭਾਈ ਸਾਹਿਬ ਭਾਈ ਸਾਹਿਬ ਤੁਸੀਂ ਜਾਣਾ। ਭਾਈ ਸਾਹਿਬ ਭਾਈ ਸਾਹਿਬ ਭਾਈ ਸਾਹਿਬ ਭਾਈ ਸਾਹਿਬ ਮੈਂ ਤਮਗਾ ਲਾ ਲਓ। ਭਾਈ ਸਾਹਿਬ ਭਾਈ ਸਾਹਿਬ ਇਹ ਬਹੁਤ ਕੀਮਤੀ ਹੈ। ਇਹ ਮੇਰੇ ਪੁੱਤਰ ਮਿਲਿਆ। ਇਹ ਮੇਰੇ ਪੁੱਤਰ ਮਿਲਿਆ। ਚੱਲ ਪਿਆ ਤਮਗਾ ਚੱਲ ਪਿਆ ਇਹ ਮੇਰੇ ਪੁੱਤਰ ਨੇ ਜੰਗ ਜਿੱਤਿਆ। ਇਹ ਬਹੁਤ ਕੀਮਤੀ ਹੈ। ਹੱਸਣੇ ਉਸਦੀ ਅਕਲ ਤੇ ਚੇਤਾ ਕਰਦੇ ਉਹਦੇ ਨਾਲ ਉਹਦਾ ਦਰਦ ਕੋਈ ਨਾ ਜਾਣਦਾ ਉਹਦਾ ਦਰਦ ਕੋਈ ਨਾ ਜਾਣਦਾ ਕੀ ਬੀਤੀ ਬੁੱਢੜੇ ਨਾਲ ਭਾਈ ਸਾਹਿਬ ਹਜੂਰੇ ਦੇ ਬਾਪੂ ਭੈਣ ਜੀ ਤਮਗਾ ਲੈ ਲਓ। ਭੈਣ ਜੀ ਇਹ ਬਹੁਤ ਮਹਿੰਗਾ। ਭੈਣ ਜੀ ਭਾਈ ਸਾਹਿਬ ਤਮਗਾ। ਭਾਈ ਸਾਹਿਬ ਇਹ ਹੀਰਿਆਂ ਤੋਂ ਵੀ ਵੱਧ ਕੀਮਤੀ ਹੈ। ਭਾਈ ਸਾਹਿਬ ਓਏ ਵਾਸਿਆ ਘਰ ਨੂੰ ਚੱਲ ਘਰ ਨੂੰ ਚੱਲੀਏ। ਇਹ ਬਹੁਤ ਕੀਮਤੀ ਹੈ। ਇਹ ਹੀਰਿਆਂ ਤੋਂ ਵੀ ਵੱਧ ਕੀਮਤੀ ਹੈ। ਇਹ ਮੇਰੇ ਪੁੱਤ ਨੇ ਜਿੱਤਿਆ। ਇਹ ਮੇਰੇ ਪੁੱਤ ਨੇ ਜਿੱਤਿਆ। ਇਹ ਬਹੁਤ ਕੀਮਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ਼ੁਕਰਗੁਜ਼ਾਰ ਹਾਂ ਸਾਡੇ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਨੌਜਵਾਨ ਸ਼ਹੀਦ ਸਰਦਾਰ ਹਜ਼ੂਰਾ ਸਿੰਘ ਦੇ ਪਰਿਵਾਰ ਨੂੰ ਮਾਨ ਸਨਮਾਨ ਦੇਣ ਦਾ ਫੈਸਲਾ ਕੀਤਾ ਤੇ ਅਸੀਂ ਮੰਤਰੀ ਸਾਹਿਬ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਮੰਚ ਤੇ ਆ ਕੇ ਹਜ਼ੂਰਾ ਸਿੰਘ ਦੇ ਪਰਿਵਾਰ ਨੂੰ ਮਾਨ ਸਨਮਾਨ ਦੇਣ ਦਾ ਫੈਸਲਾ ਕਰਨ। ਮੇਰੇ ਖਿਆਲ ਨਾਲ ਹਜ਼ੂਰਾ ਸਿੰਘ ਦੇ ਪਿਤਾ ਕਿਸੇ ਕਾਰਨ ਕਰਕੇ ਮੰਚ ਤੇ ਨਹੀਂ ਪਹੁੰਚ ਸਕੇ ਤੇ ਉਹਨਾਂ ਦਾ ਬਣਦਾ ਮਾਨ ਸਨਮਾਨ ਉਹਨਾਂ ਦੇ ਮਾਤਾ ਜੀ ਨੂੰ ਦਿੱਤਾ ਜਾਵੇ। ਮੈਂ ਮੰਤਰੀ ਜੀ ਦਾ ਸੱਦਾ ਦਿਨਾ ਮੰਤਰੀ ਜੀ ਨੂੰ ਕਿ ਉਹ ਮੰਚ ਤੇ ਆਉਣ ਤੇ ਉਹਨਾਂ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਜਾਵੇ। ਭੈਣੋ ਤੇ ਭਰਾਵੋ ਸਰਦਾਰ ਸ਼ਹੀਦ ਹਜ਼ੂਰਾ ਸਿੰਘ ਦੀ ਮਾਤਾ ਜੀ ਨੂੰ ਸਰੋਪਾ ਪਾ ਰਹੇ ਆ। ਬੁਲਾਈ ਸੋਨਹਾ ਬੁਲਾਈ ਸੋਨਹਾ ਭੈਣੋ ਤੇ ਭਰਾਵੋ ਬੰਦਾ ਦੁਨੀਆ ਤੇ ਆਉਂਦਾ ਏ ਪੈਸਾ ਕਮਾਉਂਦਾ ਏ ਵਸਤੂਆਂ ਇਕੱਠੀਆਂ ਕਰਦਾ ਏ ਪਰ
ਬਾਅਦ ਵਿੱਚ ਉਹ ਦੁਨੀਆ ਤੋਂ ਚਲਾ ਜਾਂਦਾ ਏ। ਬੋਲੇ ਸੋਨਿਹਾ ਪਰ ਸੂਰਮੇ ਦੀ ਕਮਾਈ ਸਦਾ ਉਹਦੇ ਨਾਲ ਰਹਿੰਦੀ ਆ। ਉਹ ਆਪਣੇ ਪਰਿਵਾਰ ਦਾ ਤੇ ਆਪਣੇ ਇਲਾਕੇ ਦਾ ਨਾਮ ਉੱਚਾ ਕਰਦੇ ਆ। ਸ਼ਹੀਦ ਬੋਲੇ ਸੋਨਿਹਾ ਪਰ ਜਿਹੜੇ ਸ਼ਹੀਦ ਹੁੰਦੇ ਆ ਉਹ ਦੇਸ਼ ਲਈ ਕੁਰਬਾਨੀ ਕਰਦੇ ਆ, ਪਰ ਇਹ ਸਰਕਾਰ ਉਹਨਾਂ ਲਈ ਕੁਛ ਨਹੀਂ ਕਰਦੀ। ਬੋਲੇ ਸੋਨਿਹਾ ਪਰ ਅਸੀਂ ਉਹਨਾਂ ਦੇ ਹਮੇਸ਼ਾ ਨਾਲ ਆ। ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਦਿੱਤਾ ਜਾਵੇਗਾ। ਬੋਲੇ ਸੋਨਿਹਾ ਬੋਲੇ ਸੋਨਿਹਾ ਮੰਤਰੀ ਝੂਠ ਬੋਲਦਾ, ਮੰਤਰੀ ਝੂਠ ਬੋਲਦਾ। ਸ਼ਹੀਦ ਯੂਰਾ ਸਿੰਘ ਦੇ ਪਿਤਾ ਜੀ ਅੱਗੇ ਆ ਜਾਣ। ਬੋਲੇ ਸੋਨਿਹਾ ਆਣ ਸ਼ਹੀਦ ਦੇ ਪਿਤਾ ਜੀ। ਮੇਵਾ ਚੋ ਤੂੰ ਹੋਰ ਕੌਣ? ਮੰਤਰੀ ਝੂਠ ਬੋਲਦਾ, ਮੰਤਰੀ ਝੂਠ ਬੋਲਦਾ। ਗੁਰੂਆਂ ਪੀਰਾਂ ਨੇ ਸਰਵੋਤਮ ਮੇਵੇ ਦਾ ਨਾਂ ਦਿੱਤਾ ਹੈ। ਸ਼ਹੀਦ ਹਜ਼ੂਰਾ ਸਿੰਘ ਵਰਗੇ ਸੂਰਮੇ ਘਰ ਘਰ ਨਹੀਂ ਜੰਮਦੇ। ਬੋਲੇ ਸੋਨਿਹਾ ਸੂਰਮੇ ਨੇ ਦੇਸ਼ ਕੌਮ ਲਈ ਜਾਨ ਵਾਰੀ ਆ। ਹੁਣ ਸਰਕਾਰ ਉਹਦੇ ਲਈ ਜਾਨ ਵਾਰੇਗੀ। ਬੋਲੇ ਸੋਨਿਹਾ ਮੇਰਾ ਮੁੰਡਾ ਦੇਸ਼ ਲਈ ਸ਼ਹੀਦ ਹੋਇਆ। ਉਹਨੂੰ ਬਹੁਤ ਵੱਡਾ ਤਮਗਾ ਮਿਲਿਆ। ਮੰਤਰੀ ਸਾਹਿਬ ਤੁਹਾਡਾ ਹੀ ਮੁੰਡਾ ਫੌਜ ਹੋਊਗਾ। ਤੁਸੀਂ ਕਮਲੇ ਹੋ ਗਿਆ। ਉਹ ਮੰਤਰੀ ਸਾਹਿਬ ਦੇ ਬੇਟਾ ਜੀ ਆ। ਉਹ ਬਾਹਰ ਅਮਰੀਕਾ ਗਿਆ, ਉਹ ਬਿਜ਼ਨਸ ਦੀ ਸਟੱਡੀ ਕਰਨਾ। ਫਿਰ ਕੋਈ ਭਾਂਜਾ ਭਤੀਜਾ ਹੋਊਗਾ ਫੌਜ ਚ। ਉਹ ਸਾਰੇ ਨਿਆਣੇ ਬਾਹਰ ਸੈਟਲ ਕੀਤੇ ਆ। ਕੋਈ ਡਾਕਟਰੀ ਚ, ਕੋਈ ਬਿਜ਼ਨਸ ਚ, ਕੋਈ ਬੋਲੇ ਸੋਨਿਹਾ ਕਮਾਲ ਆ ਮੇਰਾ ਮੰਤਰੀ ਸਾਹਿਬ। ਇੰਨੇ ਸਿਆਣੇ ਹੋ ਕੇ ਵੀ ਫੇਰ ਸਰਵੋਤਮ ਮੇਵੇ ਤੋਂ ਵਾਂਝੇ ਫਿਰਦੇ ਹੋ ਜਿਹੜਾ ਸਾਨੂੰ ਗਰੀਬਾਂ ਨੂੰ ਮਿਲ ਗਿਆ। ਰਹੀ ਗੱਲ ਸ਼ਹੀਦੀ ਦੀ, ਜੇ ਮੇਰੇ ਪੁੱਤ ਨੂੰ ਸ਼ਹੀਦ ਕਰਕੇ ਤੁਹਾਨੂੰ ਕੋਈ ਵੱਡੀ ਪੋਸਟ ਮਿਲਦੀ ਹੈ ਨਾ ਤਾਂ ਬੇਸ਼ੱਕ ਸ਼ਹੀਦ ਕਹਿ ਲੋ, ਪਰ ਜਿਹੜੇ ਤਨਖਾਹਾਂ ਦੀ ਖਾਤਰ ਲੜਦੇ ਆ ਨਾ ਉਹ ਸ਼ਹੀਦ ਨਹੀਂ ਹੁੰਦੇ। ਜੇ ਨਹੀਂ ਯਕੀਨ ਤਾਂ ਮਾਰ ਲਓ ਨਿਗਾਹ ਸਾਹਿਬਜ਼ਾਦਿਆਂ ਤੋਂ ਲੈ ਕੇ ਭਗਤ ਸਿੰਘ ਤੱਕ ਲੜਿਆ ਕੋਈ ਤਨਖਾਹ ਲਈ। ਨਾਲੇ ਮੰਤਰੀ ਸਾਹਿਬ ਮੈਨੂੰ ਨਹੀਂ ਤੁਹਾਡਾ ਸਨਮਾਨ ਚਾਹੀਦਾ, ਮੈਨੂੰ ਨਹੀਂ ਤੁਹਾਡਾ ਸਨਮਾਨ ਚਾਹੀਦਾ। ਮੇਰਾ ਮੁੰਡਾ ਸਰਹੱਦਾਂ ਤੇ ਰਾਤ ਨੂੰ ਲੋਕਾਂ ਦੀ ਖਾਤਰ ਜਾਗਦਾ ਰਿਹਾ ਤੇ ਅੱਜ ਮੇਰਾ ਪੁੱਤ ਸਦਾ ਦੀ ਨੀਂਦ ਸੌਂ ਗਿਆ। ਓਏ ਦੇਸ਼ ਕਿਉਂ ਨਹੀਂ ਜਾਗਦਾ, ਦੇਸ਼ ਕਿਉਂ ਨਹੀਂ ਜਾਗਦਾ। ਸਬਰ ਕਰ ਆ ਕੀ ਓਏ ਚੱਕ ਓਏ ਆਹ ਇੱਕ ਨੇ ਅਮਰੀਕਾ ਦੇ ਪੁੱਤ ਦੀ ਲਾਸ਼ ਤੇ ਪਾਦੀ। ਜੈ ਹੋ ਜੈ ਹੋ ਵੇਲਾ ਹੁਣੇ ਆਇਆ ਸੁੱਤੀਆਂ ਨੀ ਖਿੱਚ ਗਾਉਣ ਦਾ। ਦੇਸ਼ ਦੇ ਗਦਾਰਾਂ ਤਾਈਂ ਸਭ ਕੁਝ ਸਿਖਾਉਣ ਦਾ, ਦੇਸ਼ ਦੇ ਗਦਾਰਾਂ ਤਾਈਂ ਸਭ ਕੁਝ ਸਿਖਾਉਣ ਦਾ, ਦੇਸ਼ ਦੇ ਗਦਾਰਾਂ ਤਾਈਂ ਸਭ ਕੁਝ ਸਿਖਾਉਣ ਦਾ। ਵੇਲਾ ਹੁਣੇ ਆਇਆ ਸੁੱਤੀਆਂ ਨੀ ਖਿੱਚ ਗਾਉਣ ਦਾ, ਦੇਸ਼ ਦੇ ਗਦਾਰਾਂ ਤਾਈਂ ਸਭ ਕੁਝ ਸਿਖਾਉਣ ਦਾ, ਦੇਸ਼ ਦੇ ਗਦਾਰਾਂ ਤਾਈਂ ਸਭ ਕੁਝ ਸਿਖਾਉਣ ਦਾ, ਦੇਸ਼ ਦੇ ਗਦਾਰਾਂ ਤਾਈਂ ਸਭ ਕੁਝ ਸਿਖਾਉਣ ਦਾ। ਚੱਕ ਅੱਜ ਸੁਪਨੇ ਜਵਾਨਾਂ ਦੇ ਕਿਸਾਨਾਂ ਦੇ ਲਾਉਂਦੇ ਮੁਖੋਟੇ ਸ਼ਰੇ
जवाना दे याद